ਸਤਨਾਮ ਵਾਹਿਗੁਰੂ ਸਾਹਿਬ ਜੀ। ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਕਬੀਰ ਗਰਬ ਨਾ ਕੀਜੀਐ। ਊਚਾ ਦੇਖ ਆਵਾਸ ਆਜ ਕਾਲ ਪੋਏ ਲੇਟਣਾ। ऊपर जामै कहास कबीर गर्भ ना कीजिए। चाम लपेटे हाड है वरु ऊपर छतर तर। ते फुन तरनी गाड दिलहों मोहब्बत जिना सेई सच्चा। जिन मन होर मुख होर से कांडे कच्चा। ਮ੍ਰਤੇ ਸਈ ਜੇ ਮੁਖ ਨਾ ਮੋੜਨ ਜਿਨੀ ਸੰਜਾਤਾ ਸਾਈਂ। ਚੜ ਚੜ ਪਵਦੇ ਕੱਚੇ ਬਿਰਹੀ ਜਿਨਾ ਕਾਰ ਨ ਆਈ। ਬੇਸੁਮਾਰ ਅਥਾਹ ਅਗਨਤ ਅਤੁਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਖਾਕ ਨ ਨਿੰਦੀਐ ਖਾਕੂ ਜੇੜ ਨਾ ਕੋਏ। ਜੀਵ ਦਿਆ ਪੈਰਾ ਤਲੈ ਮੋਇਆ ਉੱਪਰ ਹੋਏ। ਫਰੀਦਾ ਜਾ ਲੱਭ ਤਾ ਨਿਹੋ ਕਿਆ ਲੱਭ ਤਾ ਕੂੜਾ ਨੇਹ। ਕਿਚਰ ਝੱਤ ਲਗਾਈਐ ਛੱਪਰ ਟੁੱਟੈ ਮੇਹ। ਫਰੀਦਾ ਜੰਗਲ ਜੰਗਲ ਕਿਆ ਪਵਹਿ ਵਣ ਕੰਡਾ ਮੋੜੇ। ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ। ਫਰੀਦਾ ਇੰਨੀ ਨਿੱਕੀ ਜੰਗੀਐ ਥਲ ਡੂੰਗਰ ਪਵਿਓ ਮਾਂ। ਅੱਜ ਫਰੀਦੈ ਕੂਜੜਾ ਸੈ ਕੋ ਹਾਥੀ ਓਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਅੰਤਰਜਾਮੀ ਅਗਮ ਅਗੋਚਰ
ਪਾਰ ਬ੍ਰਹਮ ਪਰਮੇਸ਼ਵਰ ਕਿਰਪਾਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ ਸਤਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਕਾਰਤ ਕਰਨ ਦਾ, ਸਤਿਗੁਰੂ ਕੇ ਮੁਬਾਰਕ ਚਰਨਾਂ ਦੇ ਨਾਲ ਆਪਣੀ ਪ੍ਰੀਤ ਪ੍ਰਤੀਤ ਭਰੀ ਭਗਤੀ ਨੂੰ ਦ੍ਰਿੜ ਕਰਨ ਦਾ ਅਮੋਲਕ ਅਵਸਰ ਬਖਸ਼ਿਸ਼ ਕਰਕੇ ਨਿਵਾਜਿਆ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਆਪਣੇ ਮਾਨਵ ਜੀਵਨ ਦੀ ਸਭ ਤੋਂ ਉੱਤਮ ਤੇ ਅਤੀ ਫਲਦਾਇਕ ਕਰਮਸ਼ੀਲਤਾ ਨੂੰ ਧਾਰਨ ਕਰਕੇ ਸਤਿਗੁਰੂ ਕੀ ਮਿਹਰਮਤ ਦੇ ਪਾਤਰ ਬਣਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਮਿਹਰ ਸਦਕਾ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸ਼ਲੋਕਾਂ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਸ਼ਰਵਣ ਕਰਕੇ ਆਪ ਜੀ ਅਧਿਆਤਮਿਕ ਅਲਾਭ ਉਠਾਉਣ ਦਾ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਖਾਕ ਨ ਨਿੰਦੀਐ, ਖਾਕੂ ਜੇਡ ਨਾ ਕੋਏ। ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦਾ ਅਗਰ ਜਗਿਆਸੂ ਮਨ ਦੇ ਨੁਕਤੇ ਤੋਂ ਅਨੁਭਵ ਸਮਝਣ ਦਾ ਯਤਨ ਕਰੀਏ ਤਾਂ ਇੱਕ ਸਾਧਕ ਜਿਹੜਾ ਸਾਧਨਾ ਦੇ ਵਿੱਚ ਪੈਣਾ ਚਾਹੁੰਦਾ ਹੈ, ਪਰ ਉਸ ਤੋਂ ਪਹਿਲਾਂ ਉਹ ਚਾਹੁੰਦਾ ਹੈ ਕਿ ਇੱਕ ਮੈਨੂੰ ਤਾਜ਼ਗੀ ਦਾ ਅਹਿਸਾਸ ਕਰਾਉਣ ਵਾਲਾ ਕੁਝ ਅਨੁਭਵ ਚਾਹੀਦਾ ਹੈ। ਸਰਲ ਅਰਥਾਂ ਵਿੱਚ ਕਹਿਣ ਦਾ ਯਤਨ ਕਰਾਂ ਕਿ ਕੋਈ ਮਨੁੱਖ ਅਗਰ ਕਹਿੰਦਾ ਹੈ ਕਿ ਮੈਂ ਧਰਮ ਦੇ ਪਾਕ ਮਾਰਗ 'ਤੇ, ਇਬਾਦਤ ਦੇ ਮਾਰਗ 'ਤੇ, ਅੱਲਾਹ ਤਾਲਾ ਦੀ ਜਿਹੜੀ ਰੂਹਾਨੀਅਤ ਦਾ ਸਿਲਸਿਲਾ ਹੈ ਉਹਦੇ 'ਤੇ ਚੱਲਣ ਦੀ ਮੇਰੀ ਇੱਛਾ ਹੈ, ਮੇਰੇ ਅੰਦਰ ਪੂਰੀ ਭਾਵਨਾ ਹੈ, ਪਰ ਮੈਨੂੰ ਉਹਦਾ ਪਹਿਲਾਂ ਕੁਝ ਕੁ ਅਨੁਭਵ ਕਰਾਇਆ ਜਾਵੇ ਤਾਂ ਕਿ ਮੈਂ ਇੱਕ ਇਲਾਹੀ ਹੁਲਾਰੇ ਦੇ ਵਿੱਚ ਚਲਿਆ ਜਾਵਾਂ ਅਤੇ ਮੈਨੂੰ ਜੀਵਨ ਦੇ ਕੁਝ ਵੱਡੇ ਦਰਸ਼ਨ ਹੋਣ। ਜੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦਾ ਅਸੀਂ ਇਸ ਨੁਕਤੇ ਤੋਂ ਵੀ ਪਾਠ ਕਰੀਏ ਜਾਂ ਵਿਚਾਰ ਕਰੀਏ, ਗਾਇਨ ਕਰੀਏ, ਤਾਂ ਸਾਨੂੰ ਜੀਵਨ ਦਾ ਇਹ ਵੀ ਬੜਾ ਕੁਝ ਸਮਝ ਆਉਂਦਾ ਹੈ ਕਿ ਜਿਹੜੀਆਂ ਰੋਜ਼ਮਰਰਾ ਦੇ ਵਿੱਚ ਅਸੀਂ ਗੱਲਾਂ ਹੰਢਾ ਰਹੇ ਹਾਂ ਜਾਂ ਆਲੇ ਦੁਆਲੇ ਸਾਡੇ ਵਾਪਰ ਰਹੀਆਂ ਨੇ, ਜਾਂ ਅਸੀਂ ਉਹਨਾਂ ਨਾਲ ਗਾਹੇ ਬਗਾਹੇ ਅੰਸ਼ਕ ਰੂਪ ਦੇ ਵਿੱਚ, ਵਿਸਥਾਰਤ ਰੂਪ ਦੇ ਵਿੱਚ ਵਾਬਸਤਾ ਹੁੰਦੇ ਹਾਂ, ਕਿ ਅਸੀਂ ਉਹਨਾਂ ਚੀਜ਼ਾਂ ਨੂੰ ਕਿਵੇਂ ਇੱਕ ਲੋਅਰ ਮੀਨਿੰਗ ਦੇ ਵਿੱਚ ਜਿਉਂ ਰਹੇ ਹਾਂ। ਅਤੇ ਬਾਬਾ ਫਰੀਦ ਸਾਹਿਬ ਜੀ ਵਰਗੇ ਰੱਬੀ ਰੰਗ ਵਿੱਚ ਰਤੀਆਂ ਹੋਈਆਂ ਰੂਹਾਂ ਉਹਨੂੰ ਆਪਣੇ ਜੀਵਨ ਦਾ, ਗਿਆਨ ਦਾ ਕਿੱਡਾ ਵੱਡਾ ਪਰਸਪੈਕਟਿਵ ਮੰਨ ਕੇ ਚੱਲ ਰਹੀਆਂ। ਅਤੇ ਬਾਬਾ ਫਰੀਦ ਸਾਹਿਬ ਜਿਵੇਂ ਆਪ ਜੀ ਨੇ ਪਿੱਛੇ ਜ਼ਿਕਰ ਸ਼ਰਵਣ ਕੀਤਾ ਹੈ, ਦਾੜੀ ਹੋਈ ਪੂਰ, ਦੇਖੋ ਇੱਕ ਕੁਦਰਤੀ ਹਾਲਤ ਹੈ ਨਾ ਸਰੀਰ ਦੇ ਬਦਲਣ ਦੀ, ਪਰ ਉਹਨਾਂ ਦੇ ਅਧਿਆਤਮਿਕ ਪ੍ਰੇਰਨਾ ਦੇ ਨਾਲ ਜੁੜੀ ਹੋਈ ਗੱਲ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਫਰੀਦਾ ਖਾਕ ਨਾ ਨਿੰਦੀ ਹੈ। ਆਮ ਮਨੁੱਖ ਵਰਤਮਾਨ ਸਮੇਂ 'ਚ ਇਹ ਠੀਕ ਹੈ ਕਿ ਸਵੱਛਤਾ ਰੱਖਣੀ, ਸਫਾਈ ਦਾ ਪੂਰਨ ਖਿਆਲ ਰੱਖਣਾ ਇਹ ਬੜੀ ਉੱਤਮ ਚੀਜ਼ ਹੈ। ਜਿਵੇਂ ਸੂਫੀ ਸਾਧਕ ਵੀ ਇਹ ਗੱਲ ਨੂੰ ਆਖਦੇ ਹਨ ਕਿ ਜਿੱਥੇ ਸਫਾਈ ਨਹੀਂ ਉੱਥੇ ਖੁਦਾਈ ਨਹੀਂ। ਮਤਲਬ ਜਿਸ ਜਗ੍ਹਾ ਸਵੱਛਤਾ ਨਹੀਂ ਹੈ, ਇਕਾਗਰਤਾ, ਸ਼ਾਂਤ ਸਹਿਜ ਨਹੀਂ ਹੈ, ਉੱਥੇ ਬੰਦਗੀ ਵੀ ਠੀਕ ਢੰਗ ਦੇ ਨਾਲ ਨਹੀਂ ਹੋ ਸਕਦੀ। ਇਹ ਉੱਤਮ ਖਿਆਲ ਹੈ। ਪਰ ਫਿਰ ਵੀ ਵਰਤਮਾਨ ਸਮੇਂ ਤੱਕ ਜਿਹੜਾ ਮਨੁੱਖ ਆਪਣੇ ਆਪ ਨੂੰ ਜੀਵਨ ਦੇ ਬਾਹਰੀ ਤਲ 'ਤੇ ਅਤੀ ਵਿਕਸਿਤ ਮੰਨ ਰਿਹਾ ਹੈ, ਉਹ ਆਪਣੇ ਜੀਵਨ ਦੇ ਵਿੱਚ, ਜਿਹਨੂੰ ਅਸੀਂ ਕੂੜਾ ਆਖਦੇ ਹਾਂ, ਅੰਗਰੇਜ਼ੀ 'ਚ ਡਸਟ ਆਖਦੇ ਨੇ, ਉਹਦੇ ਤੋਂ ਬੜੀ ਘ੍ਰਿਣਾ ਹੋ ਗਈ ਹੈ। ਉਹਦੇ ਪ੍ਰਤੀ ਬੜਾ ਨਿੰਦਿਤ ਜਾਂ ਘ੍ਰਿਣਤ ਭਾਵ ਮਨੁੱਖ ਨੇ ਜ਼ਾਹਰ ਕਰਨੇ ਸ਼ੁਰੂ ਕਰ ਦਿੱਤੇ ਨੇ। ਅਤੇ ਬਾਬਾ ਫਰੀਦ ਸਾਹਿਬ ਜੀ ਕਿਸੇ ਦਿਨ ਜ਼ਮੀਨ ਉੱਪਰ ਬੈਠੇ ਹੋਏ ਸਨ ਤਾਂ ਉਹਨਾਂ ਦੇ ਕੁਝ ਅੰਗਾਂ ਨੂੰ ਮਿੱਟੀ ਆਦਿਕ ਲੱਗੀ ਹੋਈ ਸੀ, ਅਤੇ ਕੋਈ ਨੇੜਿਓਂ ਬੇਪ੍ਰਤੀਤ ਵਾਲਾ, ਫਕੀਰੀ ਜੀਵਨ ਦੀ ਉਚਾਈ ਨੂੰ ਨਾ ਸਮਝਣ ਵਾਲਾ, ਰੂਹਾਨੀ ਜੀਵਨ ਦੀਆਂ ਅੰਦਰੂਨੀ ਰਮਜ਼ਾਂ ਤੋਂ ਨਾ ਵਾਕਫ ਇੱਕ ਜਿਹੜਾ ਸ਼ਖਸ ਉੱਥੋਂ ਗੁਜ਼ਰ ਰਿਹਾ ਸੀ। ਤਾਂ ਉਹ ਕਹਿਣ ਲੱਗੇ ਕਿ
ਕਿ ਤੁਹਾਡੇ ਜ਼ਮੀਨ 'ਤੇ ਵੈਸੇ ਹੋਏ ਹੋ। ਜਿਹੜੀ ਖਾਕ ਹੈ, ਮਿੱਟੀ ਹੈ, ਇਹ ਤੁਹਾਡੇ ਅੰਗਾਂ ਨੂੰ ਲੱਗ ਕੇ ਮੈਲਾ ਕਰ ਰਹੀ ਹੈ, ਇਹ ਚੰਗੀ ਨਹੀਂ, ਇਹ ਤੁਹਾਨੂੰ ਕਿਤੇ ਹੋਰ ਬੈਠ ਜਾਣਾ ਚਾਹੀਦਾ, ਉਚਾਈ 'ਤੇ ਬੈਠ ਜਾਣਾ ਚਾਹੀਦਾ। ਮਤਲਬ ਉਹਨੇ ਖਾਕ ਦੇ ਸੰਬੰਧ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਦੇ ਵਾਕ ਕਹੇ। ਅਤੇ ਬਾਬਾ ਫਰੀਦ ਸਾਹਿਬ ਜੀ ਉਹਨੂੰ ਸਤਰਕ ਕਰਦਿਆਂ, ਉਸ ਨੂੰ ਸੁਚੇਤ ਕਰਦਿਆਂ ਅਤੇ ਉਹਨੂੰ ਗਿਆਨ ਦਾ ਭਾਵ ਦ੍ਰਿੜ ਕਰਾਉਂਦੇ ਆਖਦੇ ਹਨ, ਫਰੀਦਾ ਖਾਕ ਨਾ ਨਿੰਦੀ ਹੈ। ਜੀਵਨ ਦੇ ਵਿੱਚ ਕਦੀ ਖਾਕ ਦਾ ਅਪਮਾਨ ਨਹੀਂ ਕਰਨਾ ਚਾਹੀਦਾ, ਮਿੱਟੀ ਦਾ, ਭਾਵ ਕਿ ਸ੍ਰਿਸ਼ਟੀ ਦਾ ਮੁੱਖ ਤੱਤ ਹੈ। ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਧਰਤੀ ਹੈ ਇਹ ਜਲ ਦੀ ਸੱਤਾ ਦੇ ਉੱਪਰ ਬਣੀ ਹੋਈ ਹੈ। ਹੁਣ ਜਲ ਦੀ ਸੱਤਾ ਦੇ ਉੱਪਰ ਅਗਰ ਧਰਤ ਨਾ ਹੋਵੇ ਤਾਂ ਸਾਡਾ ਆ ਜੀਵਨ ਦਾ ਜਿਤਨਾ ਸਿਲਸਿਲਾ ਇਸ ਸ੍ਰਿਸ਼ਟੀ ਉੱਪਰ ਚੱਲ ਰਿਹਾ ਹੈ ਇਹ ਹੋਵੇ ਹੀ ਨਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਖਾਕ ਨਾ ਨਿੰਦੀ ਹੈ। ਹੁਣ ਖਾਕ ਨਾ ਨਿੰਦੀ ਹੈ ਦਾ ਭਾਵ ਕੀ ਹੈ? ਮਨੁੱਖ ਜੇ ਆਪਣੇ ਮੂਲ ਨੂੰ ਸਮਝਣ ਦਾ ਯਤਨ ਕਰੇ ਤਾਂ ਉਹਨੂੰ ਇਹ ਵਸਤੂ ਬੜਾ ਗਹਿਰਾ ਅਨੁਭਵ ਦੇਵੇਗੀ, ਇਹ ਵਾਕ ਬੜਾ ਗਹਿਰਾ ਅਨੁਭਵ ਦੇਵੇਗਾ ਕਿ ਜੀਵਨ ਦਾ ਸਮੁੱਚਾ ਖੇਲ ਜਿਹੜਾ ਹੈ ਉਹ ਖਾਕ ਦੇ ਨਾਲ ਰਲ ਕੇ ਬਣਿਆ। ਉਦਾਹਰਨ ਦੇ ਤੌਰ 'ਤੇ ਇਸ ਕਰਕੇ ਕਿਸੇ ਸੂਫੀ ਸਾਧਕ ਨੂੰ ਕਿਸੇ ਨੇ ਪੁੱਛਿਆ ਕਿ ਇਸ ਬ੍ਰਹਿਮੰਡ ਦੇ ਵਿੱਚ ਅਸਲ ਚੀਜ਼ਾਂ ਕਿਹੜੀਆਂ ਨੇ? ਉਹ ਕਹਿਣ ਲੱਗਾ, ਅਸਲ ਚੀਜ਼ਾਂ ਨੇ 3, ਪਰ ਉਸ ਤੋਂ ਪਹਿਲਾਂ 1, ਉਸ ਤੋਂ ਬਾਅਦ 2 ਰਲ ਕੇ 3 ਹੋ ਜਾਂਦੀਆਂ ਨੇ, ਚੌਥੀ ਕੋਈ ਅਸਲ ਸ਼ੈ ਹੈ ਹੀ ਨਹੀਂ। ਚੌਥੀ ਜੇ ਹੈ ਤਾਂ ਉਹ ਵੀ ਬੰਦਗੀ ਹੈ। ਕਹਿਣ ਲੱਗਾ, ਉਹ 3 ਸ਼ੈਆਂ ਕਿਹੜੀਆਂ ਹਨ? ਕਹਿੰਦਾ, ਸਭ ਤੋਂ ਪਹਿਲਾਂ ਅੱਲਾਹ ਤਾਲਾ, ਖੁਦਾ ਦਾ ਨੂਰ, ਉਹਦਾ ਪਰਮ ਪ੍ਰਕਾਸ਼, ਅਕਾਲ ਪੁਰਖ ਦੀ ਸੱਤਾ, ਸਭ ਤੋਂ ਪਹਿਲਾਂ ਉਹ ਹੈ। ਜਦੋਂ ਉਹ ਪ੍ਰਗਟ ਹੁੰਦੀ ਹੈ, ਆਪਣਾ ਜ਼ਾਹਰ ਜ਼ਹੂਰ ਸਰੂਪ ਪ੍ਰਗਟ ਕਰਦੀ ਹੈ, ਧਰਤੀ ਆਕਾਸ਼ ਦਾ, ਖੰਡਾਂ ਬ੍ਰਹਿਮੰਡਾਂ ਦਾ ਨਿਰਮਾਣ ਹੋ ਜਾਂਦਾ ਹੈ। ਫਿਰ ਇਸ ਸ੍ਰਿਸ਼ਟੀ ਨੂੰ ਚਲਾਉਣ ਦੇ ਲਈ ਮਨੁੱਖ ਸਮੇਤ ਅਨੇਕ ਰਚਨਾ ਨੂੰ ਮਨੁੱਖ ਇੱਥੇ ਉਤਾਰਦਾ ਹੈ, ਅਕਾਲ ਪੁਰਖ, ਤਾਂ ਇਹ 3 ਬਣ ਜਾਂਦੇ ਨੇ। ਸ੍ਰਿਸ਼ਟੀ ਆਸਮਾਨ ਪੂਰਾ 2, ਅਤੇ ਤੀਸਰਾ ਮਨੁੱਖ, ਅਤੇ ਚੌਥਾ ਜੇ ਉਹ ਠੀਕ ਮਾਰਗ 'ਤੇ ਚੱਲੇ ਤੇ ਬੰਦਗੀ। ਇਹ 4 ਚੀਜ਼ਾਂ ਬਣਦੀਆਂ ਨੇ ਅਤੇ ਅੰਤ ਨੂੰ ਜਿਹੜੇ ਹਨ ਫਿਰ ਨਿਰੋਲ ਅਕਾਲ ਪੁਰਖ ਹੀ ਰਹਿ ਜਾਂਦਾ ਹੈ। ਇਸ ਕਰਕੇ ਮਨੁੱਖ ਦਾ ਖੇਲ ਵੀ ਭਾਵੇਂ ਹਜ਼ਾਰਾਂ ਸਾਲ ਇਸ ਜੀਵਨ 'ਤੇ ਚੱਲਦਾ ਰਹੇ, ਆਖਰ ਮਿਟ ਜਾਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਖਾਕ ਨਾ ਨਿੰਦੀ ਹੈ। ਹੁਣ ਅਸੀਂ ਆਪਣੇ ਜੀਵਨ ਦੇ ਅਸੀਂ ਜਾਣਦੇ ਹਾਂ ਕਿ 5 ਤੱਤਾਂ ਦੇ ਕਰਕੇ ਇਹ ਦੇਹ ਬਣੀ ਹੈ। ਹੁਣ 5 ਤੱਤਾਂ ਦੇ ਭਾਵ ਕਰਕੇ ਇਹਦੇ ਵਿੱਚ ਮਿੱਟੀ ਵੀ ਸ਼ਾਮਲ ਹੈ। ਹੁਣ ਮਨੁੱਖ ਪੁੱਛੇਗਾ, ਮਿੱਟੀ ਕਿਵੇਂ ਸ਼ਾਮਲ ਹੈ? ਸਾਡੇ ਜੀਵਨ ਦੇ ਜਿਹੜੇ ਪੋਸ਼ਕ ਤੱਤ, ਜਿਨ੍ਹਾਂ ਨੂੰ ਆਇਰਨ ਦੇ ਜਾਂ ਹੋਰ ਕਈ ਰੂਪਾਂ ਦੇ ਵਿੱਚੋਂ ਗਿਣਦੇ ਹੋ, ਉਹਨਾਂ ਦਾ ਮੂਲ ਆਧਾਰ ਮਿੱਟੀ ਦੀ ਪ੍ਰਕਿਰਤੀ ਦੇ ਨਾਲ ਜੁੜਦਾ ਹੈ। ਪਸੀਨੇ ਦੇ ਵਿੱਚ ਬਾਅਦ ਦੇ ਵਿੱਚ ਜਿਹੜੀ ਸਰੀਰ ਉੱਪਰ ਰੋਜ਼ਾਨਾ ਮੈਲ ਬਣਦੀ ਹੈ, ਉਹਦਾ ਆਂਸ਼ਿਕ ਰੂਪ ਜਿਹੜਾ ਹੈ ਉਹ ਮਿੱਟੀ ਨਾਲ ਜੁੜਦਾ ਹੈ। ਉਸ ਤੋਂ ਬਾਅਦ ਸਾਡੀ ਦੇਹ ਜਦ ਜੀਰਣ ਹੋ ਜਾਂਦੀ ਹੈ, ਖਤਮ ਹੋ ਜਾਂਦੇ ਹਾਂ ਅਸੀਂ, ਅਤੇ ਉਹਨੂੰ ਜਜ਼ਬ ਕਰਨ ਦਾ ਮਾਦਾ ਜਿਹੜਾ ਹੈ ਉਹ ਮਿੱਟੀ ਦੇ ਅੰਦਰ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਖਾਕ ਨਾ ਨਿੰਦੀ ਹੈ। ਕਦੇ ਜੀਵਨ ਦੇ ਵਿੱਚ ਵੀ ਬਸਤਰਾਂ ਦੇ ਉੱਪਰ ਥੋੜ੍ਹੀ ਖਾਕ ਪੈ ਗਈ ਜਾਂ ਉੱਡ ਰਹੀ ਹੈ ਕਿਸੇ ਕਾਰਨ, ਤਾਂ ਠੀਕ ਹੈ ਕਿ ਉਹਦੇ ਤੋਂ ਆਪਣਾ ਖਿਆਲ ਰੱਖਣਾ ਥੋੜ੍ਹਾ ਬਹੁਤਾ ਜ਼ਰੂਰੀ ਹੋ ਸਕਦਾ ਹੈ, ਪਰ ਉਹਦੇ ਪ੍ਰਤੀ ਘ੍ਰਿਣਤ ਹੋ ਜਾਣਾ, ਉਹਦੇ ਪ੍ਰਤੀ ਨਿੰਦਿਤ ਹੋ ਜਾਣਾ, ਇਹ ਜੀਵਨ ਦੇ ਵਿੱਚ ਠੀਕ ਨਹੀਂ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਫਰੀਦਾ ਖਾਕ ਨਾ ਨਿੰਦੀ ਹੈ। ਕਿ ਇਸ ਕਰਕੇ ਉਹ ਬੜੀ ਕਮਾਲ ਦਾ ਇੱਕ ਉਹਨਾਂ ਦੇ ਅੰਦਰ ਜ਼ਿਕਰ ਮਿਲਦਾ ਹੈ ਕਿ ਜੀਵਨ ਦਾ ਖੇਲ ਖਾਕ ਦੇ ਅੰਡਰ ਹੀ ਹੈ। ਕਹਿੰਦੇ, ਦੇਖੋ ਮਾਲਕ ਇਸ ਖਾਕ ਦੇ ਇੱਕ ਤਾਤਰ ਨੂੰ ਲਾ ਕੇ, ਹੁਣ ਕਿਸੇ ਵੀ ਚੀਜ਼ ਨੂੰ ਠੋਸ ਰੂਪ ਦੇਣਾ ਹੋਵੇ ਨਾ, ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਆ ਮਕਾਨ ਹੀ ਖੜ੍ਹੇ ਕਰਦੇ ਹਾਂ, ਤਾਂ ਧਰਤੀ ਦੀ ਜਿਹੜੀ ਇੱਕ ਹੈ ਉਸ ਨੂੰ ਖੋਦ ਕੇ ਗਹਿਰੀ ਨੀਂਵ ਧਰਦੇ ਹਾਂ। ਉਸ ਤੋਂ ਇਲਾਵਾ ਜੀਵਨ ਦਾ ਹੋਰ ਕੁਝ ਵੀ ਬਹੁਤਾ ਇਹਦੇ 'ਤੇ ਆਧਾਰਿਤ ਚੱਲਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਜਦ ਜੀਵਨ ਦਾ ਖੇਲ ਦੇਖੀਏ ਇਸ ਖਾਕ ਤੱਤ ਨੂੰ ਲੈ ਕੇ, ਉਹਨਾਂ ਨੇ ਬੜਾ ਕਮਾਲ ਦੇ ਰੂਪਕ ਬਣਾਏ ਨੇ ਕਿ ਇਸ ਖਾਕ ਨੂੰ ਲੈ ਕੇ ਅਤੇ ਮਾਲਕ ਨੇ ਉਹਦੇ ਵਿੱਚ ਖੂਨ ਰੂਪ ਜਿਹੜਾ ਪਾਣੀ ਗੁੰਨ ਕੇ ਉਹਦੇ ਵਿੱਚ ਆਪਣਾ ਪ੍ਰਕਾਸ਼ ਪਾ ਕੇ ਅਤੇ ਇੱਕ ਕਲਬੂਤ ਰਚ ਦਿੱਤਾ, ਅਤੇ ਉਸ ਕਲਬੂਤ ਵਿੱਚ ਫੂਕ ਮਾਰ ਦਿੱਤੀ ਅਤੇ ਪ੍ਰਾਣ ਚੱਲਣ ਲੱਗ ਪਏ। ਅਤੇ ਜੇ ਕਹਿਣ ਲੱਗੇ ਕਿ ਮਿੱਟੀ ਜਾਂ ਹੋਰ ਤੱਤ ਰਲ ਕੇ ਕਾਇਆ ਨਾ ਬਣੇ, ਇਹ ਕਾਇਆ ਹੀ ਨਾ ਬਣੇ, ਤਾਂ ਸਾਨੂੰ ਆਤਮਾ ਦਾ ਜਾਂ ਪਰਮੇਸ਼ਰ ਦਾ ਨੂਰ ਕਿਵੇਂ ਪਤਾ ਲੱਗੇਗਾ? ਇਸ ਕਰਕੇ ਦੇਹ ਦੇ ਜਿਤਨੇ ਵੀ ਤੱਤ ਹਨ ਸਾਰੇ ਉੱਤਮ ਹਨ, ਕਿਉਂਕਿ ਇਹ ਮਨੁੱਖੀ ਆਕਾਰ ਨੂੰ ਰਚਣ ਦੇ ਵਿੱਚ ਸਹਾਇਕ ਹਨ, ਜ਼ਰੂਰੀ ਹਨ।
ਇਹਨਾਂ ਕਰਕੇ ਹੀ ਆਤਮਾ ਦਾ ਨੂਰ ਪਤਾ ਲੱਗਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ। ਕਦੇ ਜੀਵਨ ਦੇ ਵਿੱਚ ਇਸ ਪ੍ਰਤੀ ਘ੍ਰਿਣਤ ਨਹੀਂ ਹੋਣਾ ਚਾਹੀਦਾ। ਇਸ ਕਰਕੇ ਕਿਉਂਕਿ ਜੀਵਨ ਇਹਦੇ ਵਿੱਚ ਹੈ। ਹੁਣ ਕੁਦਰਤੀ ਹੈ ਜੀਵਨ ਦੀ ਜੀ ਗਹਿਰੀ ਸਮਝ ਪੈਦਾ ਕੀਤੀ ਜਾਵੇ। ਹੁਣ ਆਰੰਭ 'ਚ ਜ਼ਿਕਰ ਕੀਤਾ ਸੀ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਗਿਆਨ ਦੇ ਵਿੱਚੋਂ ਹੁੰਦਿਆਂ ਹੋਇਆਂ ਬੰਦਗੀ ਦੇ ਨਾਲ ਕਿਵੇਂ ਜੁੜ ਸਕਦੀ ਹੈ। ਇਹ ਇਹਨਾਂ ਨੁਕਤਿਆਂ ਦੁਆਰਾ ਸਮਝ ਆਉਂਦੀ ਹੈ ਕਿ ਜੀਵਨ ਦਾ ਹਰੇਕ ਨੁਕਤਾ ਅਧਿਆਤਮਿਕ ਪੱਖ ਤੋਂ ਆਪਣੇ ਅੰਦਰ ਚੇਤਨ ਕਰ ਲੈਣਾ। ਇਹੀ ਹੈ ਬਾਣੀ ਦੇ ਵਿੱਚ ਸਤਿਗੁਰੂ ਦੇ ਵਾਕ ਹਨ। ਜਲ ਸੰਗਿਆ ਕਰ ਦੇਹੀ ਕੀਨੀ ਤੀਨ ਕੂਕਰ ਜਲ ਕੂਕਰ ਪਸਮੇਹੀ, ਕਿ ਮਾਲਕ ਨੇ ਇਸ ਪ੍ਰਕਾਰ ਦੇ ਨਾਲ ਦੇਹ ਰਚੀ ਹੈ। ਬਾਣੀ ਸਤਿਗੁਰੂ ਸਾਹਿਬ ਜੀ ਦੇ ਅਸੀਂ ਵਾਕ ਪੜ੍ਹਦੇ ਹਾਂ। ਸੰਸਕ੍ਰਿਤੀ ਬਾਣੀ ਦੇ ਅੰਦਰ ਵਾਕ ਆਉਂਦੇ ਹਨ, ਲੇਪਨੰ ਰਕਤ ਚਰਮਣ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਫਰੀਦਾ ਖਾਕ ਨਾ ਨਿੰਦੀ ਹੈ। ਇੱਕ ਸੁੰਦਰ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਕਿਸੇ ਜਗ੍ਹਾ ਕੋਈ ਉੱਤਮ ਅਵਸਥਾ ਵਾਲੇ ਫਕੀਰ ਬੈਠੇ ਹੋਏ ਸਨ। ਤਾਂ ਉਹਨਾਂ ਨੂੰ ਕਿਸੇ ਨੇ ਆ ਕੇ ਪੁੱਛਿਆ ਕਿ ਜੀਵਨ ਨੂੰ ਤੁਸੀਂ ਕਿਹੜੇ ਅਰਥਾਂ 'ਚ ਸਮਝਦੇ ਹੋ। ਉਹਨਾਂ ਨੇ ਇੱਕ ਮੁੱਠ ਮਿੱਟੀ ਦੀ ਭਰੀ ਉਹਦੇ ਸਾਹਮਣੇ ਪੇਸ਼ ਕਰ ਦਿੱਤੀ। ਤਾਂ ਕਹਿੰਦੇ ਜੀਵਨ ਇਹ ਹੈ। ਕਹਿਣ ਲੱਗਾ ਮੈਂ ਸਮਝਿਆ ਨਹੀਂ। ਫਿਰ ਉਹਨਾਂ ਮਿੱਟੀ ਦੀ ਮੁੱਠ ਫੜੀ ਉੱਪਰ ਨੂੰ ਖਿਲਾਰ ਦਿੱਤੀ। ਕਹਿਣ ਲੱਗੇ ਜੀਵਨ ਇਹ ਹੈ। ਕਹਿੰਦਾ ਮੈਂ ਸਮਝਿਆ ਨਹੀਂ। ਤੀਜੀ ਦਫਾ ਉਹਨਾਂ ਮਿੱਟੀ ਨੂੰ ਗੁੰਨ ਕੇ ਕੋਈ ਪੁਤਲਾ ਜਿਹਾ ਬਣਾ ਦਿੱਤਾ, ਉਹਦੇ 'ਤੇ ਰੰਗ ਆਦਿ ਕਰ ਦਿੱਤੇ, ਉਹਦੇ ਤੋਂ ਕੁਝ ਹਰਕਤਾਂ ਕਰਵਾ ਲਈਆਂ ਪੁਤਲੀ ਬਣਾ ਕੇ। ਉਹ ਫਿਰ ਨਾ ਸਮਝਿਆ। ਬਾਅਦ 'ਚ ਮਿੱਟੀ ਨੂੰ ਉਹਨਾਂ ਨੇ ਉਸੇ ਪੁਤਲੇ ਨੂੰ ਤੋੜ ਕੇ ਫਿਰ ਉਡਾ ਕੇ ਖਿਲਾਰ ਦਿੱਤੀ। ਚਾਰ ਇਸ ਤਰ੍ਹਾਂ ਦੇ ਉਹਨਾਂ ਨੇ ਉਹਦੇ ਸਾਹਮਣੇ ਘਟਨਾ ਕੀਤੀਆਂ। ਉਹ ਕਹਿਣ ਲੱਗਾ ਕਿ ਮੇਰਾ ਮੂਲ ਪ੍ਰਸ਼ਨ ਉੱਥੇ ਹੀ ਖੜਿਆ ਹੈ ਕਿ ਜੀਵਨ ਕੀ ਹੈ, ਜੀਵਨ ਦੀ ਸਮਝ ਕੀ ਹੈ, ਜੀਵਨ ਹੈ ਕੀ। ਤਾਂ ਉਸ ਫਕੀਰ ਨੇ ਬੜਾ ਉੱਤਮ ਦਿੱਤਾ ਕਿ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਮੈਂ ਦੇ ਚੁੱਕਾ, ਤੇਰੇ ਸਮਝਣ ਦੇ ਵਿੱਚ ਘਾਟ ਹੈ। ਕਹਿੰਦਾ ਸਭ ਤੋਂ ਪਹਿਲਾਂ ਸਾਡਾ ਮੂਲ ਆਰੰਭ ਹੁੰਦਾ ਹੈ ਉਹ ਮਿੱਟੀ ਤੋਂ ਹੁੰਦਾ ਹੈ। ਭਾਵ ਕਿ ਜਿੰਨਾ ਚਿਰ ਇਹ ਆਕਾਸ਼ ਜਿਹੜਾ ਕੁਦਰਤੀ ਦੇਖੋ, ਜਿਹੜਾ ਸਾਡਾ ਜਠਰ ਅਗਨੀ ਤੱਤ ਹੈ ਉਹ ਵੀ ਤਾਂ ਹੀ ਚੱਲਦਾ ਜੇ ਸਾਡੇ ਸਰੀਰ ਦੇ ਵਿੱਚ ਜਿਹੜਾ ਮਿੱਟੀ ਜਿਹੜਾ ਤੱਤ ਹੈ ਉਹ ਕਿਰਿਆਸ਼ੀਲ ਅਗਰ ਨਾ ਹੋਵੇ ਤਾਂ ਸਾਡਾ ਭੋਜਨ ਜਿਹੜਾ ਹੈ ਦੁਬਾਰਾ ਨਵਾਂ ਰੂਪ ਲਵੇ ਨਾ, ਉਵੇਂ ਦਾ ਉਵੇਂ ਹੀ ਅੰਦਰ ਪਿਆ ਰਵੇ। ਹੁਣ ਕੁਦਰਤੀ ਹੈ ਅਸੀਂ ਇਸ ਗੱਲ ਨੂੰ ਦੇਖਣਾ ਹੋਵੇ, ਅਸੀਂ ਕਿਸੇ ਰੂਪ 'ਚ ਭੋਜਨ ਭੇਜਦੇ ਹਾਂ ਉਹਦਾ ਰੂਪ ਕਿਵੇਂ ਪਰਿਵਰਤਿਤ ਹੋ ਜਾਂਦਾ ਹੈ। ਹੁਣ ਕੁਦਰਤੀ ਹੈ ਅਸੀਂ ਕੋਈ ਵਸਤ ਸੁੱਟ ਦਿੰਦੇ ਹਾਂ, ਕੋਈ ਗਲਿਆ ਸੜਿਆ ਫਲ ਸਿਸ਼ਟੀ ਉੱਪਰ ਸੁੱਟ ਦਿੰਦੇ ਹਾਂ, 4-5 ਦਿਨ ਬਾਅਦ ਉਹ ਮਿਲਦਾ ਨਹੀਂ, ਜਜ਼ਬ ਹੋ ਜਾਂਦਾ ਜ਼ਮੀਨ ਦੇ ਵਿੱਚ। ਜਿਹੜਾ ਜਜ਼ਬ ਕਰਨ ਵਾਲਾ ਤੱਤ ਹੈ ਉਹਨੂੰ ਪ੍ਰਿਥਵੀ ਤੱਤ ਕਿਹਾ ਜਾਂਦਾ ਹੈ। ਇਸ ਕਰਕੇ ਬਾਬਾ ਉਹ ਫਕੀਰ ਕਹਿਣ ਲੱਗਾ ਕਿ ਤੈਨੂੰ ਮੈਂ ਜੀਵਨ ਦੇ 4 ਭੇਦ ਸਮਝਾਏ ਨੇ ਕਿ ਮੂਲ ਰੂਪ ਦੇ ਵਿੱਚ ਜੀਵਨ ਇੱਕ ਮਿੱਟੀ ਵਾਂਗ ਹੈ, ਇਸ ਤੋਂ ਵੱਧ ਨਹੀਂ। ਅਤੇ ਸਾਰਾ ਜੀਵਨ ਇਸ ਇੱਕ ਮੁੱਠ ਦੇ ਆਰੰਭ ਅਤੇ ਇੱਕ ਮੁੱਠ ਦੇ ਮੱਧ ਦੇ ਵਿੱਚ ਹੈ, ਵਿੱਚ ਜੀਵਨ ਹੈ। ਮਤਲਬ ਅੰਤਿਮ ਸਮੇਂ ਜੇ ਬੰਦਾ ਕਬਰ ਵਿੱਚ ਵੀ ਪਿਆ ਹੋਵੇ ਤਾਂ ਵੀ ਹੱਡੀਆਂ ਦੀ ਮੁੱਠ ਰਹਿ ਜਾਂਦਾ ਹੈ, ਜੇ ਜਲਾ ਦਿੱਤਾ ਜਾਵੇ ਤਾਂ ਵੀ ਓਨਾ ਕੀ ਰਹਿ ਜਾਂਦਾ ਹੈ। ਤਾਂ ਬਾਬਾ ਫਿਰ ਉਹ ਫਕੀਰ ਕਹਿਣ ਲੱਗਾ ਕਿ ਜੀਵਨ ਇਹਦੇ ਵਿੱਚ, ਇਸ ਕਰਕੇ ਪਹਿਲੀ ਦਫਾ ਖਾਕ ਹੱਥ ਵਿੱਚ ਫੜ ਕੇ ਤੈਨੂੰ ਦਿਖਾਉਣ ਦਾ ਮਤਲਬ ਸੀ ਕਿ ਤੇਰੇ ਜੀਵਨ ਦੀ ਅਸਲ ਕੀਮਤ ਇੰਨੀ ਕੀ ਹੈ, ਇੰਨਾ ਕੀ ਹੈ ਜੀਵਨ ਦਾ ਤੇਰਾ ਸਾਰਾ ਕਾਰਜ। ਦੂਜਾ ਜਦੋਂ ਉਠਾਈ ਖਾਕ, ਤਾਂ ਹੁਣ ਦੇਖ ਜਦੋਂ ਖਾਕ ਉੱਡੀ ਹੈ ਤਾਂ ਉਦੋਂ ਲੱਗਿਆ ਕਿ ਇਹਦੇ ਵਿੱਚ ਕਿੰਨੇ ਕਣ ਨੇ ਅਤੇ ਇਹਨਾਂ ਕਿੰਨੇ ਕਣਾਂ ਨੂੰ ਰਲ ਕੇ ਖਾਕ ਬਣੀ ਹੈ। ਮਤਲਬ ਇਹਨਾਂ 5 ਤੱਤਾਂ ਦੇ ਕੈਸੇ ਸੰਯੋਗ ਨੂੰ ਮਾਲਕ ਨੇ ਰਲਾਇਆ ਕਿ ਤੇਰੀ ਦੇਹ ਬਣੀ ਹੈ। ਉਸ ਤੋਂ ਬਾਅਦ ਇਸ ਦੇਹ ਜਿਹਨੂੰ ਤੂੰ ਕੁੱਖ ਨਹੀਂ ਸਮਝਦਾ, ਇਸੇ ਪ੍ਰਿਥਵੀ ਤੱਤ ਨੂੰ ਲੈ ਕੇ ਮਾਲਕ ਨੇ ਦੇਹ ਕੱਢਦੀ ਹੈ ਅਤੇ ਉਹ ਦੇਹ ਦੁਨੀਆ ਦੇ ਵਿੱਚ ਕਿੰਨੇ ਤਮਾਸ਼ੇ ਕਰਦੀ ਹੈ। ਭਾਵ ਕਿ ਬੰਦਾ ਮਿੱਟੀ ਦਾ ਬਣਿਆ ਹੋਇਆ ਕਲਬੂਤ ਜੀਵਨ ਦੇ ਵਿੱਚ ਕਿੰਨੇ ਤਰ੍ਹਾਂ ਦੇ ਜਿਹੜੇ ਕਰਮ ਕਰਦਾ ਹੈ, ਹੱਸਣ ਖੇਡਣ ਨੱਚਣ ਟੱਪਣ ਦੇ, ਮਾਣ ਅਹੰਕਾਰ ਦੇ, ਜਿਹੜੇ ਸਾਰੇ ਤਰ੍ਹਾਂ ਦੇ। ਇਸ ਕਰਕੇ ਕਹਿੰਦੇ ਬਾਅਦ ਦੇ ਵਿੱਚ ਜਦੋਂ ਉਹਨੂੰ ਤੋੜ ਦਿੱਤਾ, ਇਹਦਾ ਮਤਲਬ ਇਹ ਹੈ ਕਿ ਦੇਹਾਂ ਦੇ ਕਲਬੂਤ ਮਿੱਟੀ ਦੇ ਬਣੇ ਹਨ ਅਤੇ ਇਹ ਇੱਕ ਦਿਨ ਜ਼ਰੂਰ ਖੁਰਨਗੇ ਹੀ ਖੁਰਨਗੇ। ਇਸ ਕਰਕੇ ਜੀਵਨ ਦਾ ਸਾਰ ਤੱਤ ਇਹਦੇ ਵਿੱਚ ਪਿਆ ਹੋਇਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ। ਇਸ ਕਰਕੇ ਅਸੀਂ ਬਾਣੀ ਖਾਕ ਦਾ ਹੋਰ ਵੀ ਬੜੇ ਵੱਡੇ ਅਰਥ ਹਨ ਜਿਹੜੇ ਸਾਨੂੰ ਬਾਣੀ 'ਚ ਮਿਲਦੇ ਨੇ। ਜਦ ਕਿਤੇ ਗੁਰਸਿੱਖਾਂ ਦੇ ਜੀਵਨ ਦੀ ਉਚਾਈ ਮਾਨਣ ਦੇ ਲਈ ਕਿਹਾ ਹੈ ਤਾਂ ਉਹਨਾਂ ਨੇ ਕੀ ਕਿਹਾ ਹੈ ਬਾਣੀ ਦੇ ਵਿੱਚ, ਨਾਨਕ ਬਗੋਇਦ ਜਨ ਤੁਰਾਂ ਤੇਰੇ ਚੱਕ ਰਾਂ ਪਾ ਖਾਕ।
ਕਿ ਇਹ ਪਵਿੱਤਰ ਹੋ ਜਾਂਦੀ ਜਦ ਬੰਦਗੀ ਵਾਲੇ ਪੁਰਖ ਕਿਸ ਜਗ੍ਹਾ ਬੈਠ ਕੇ ਸਾਧਨਾ ਕਰਦੇ ਹਨ। ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਖਿਆਲ ਕਿਹਾ ਹੈ, ਕਹਿੰਦੇ ਉਂਝ ਇਹ ਮਿੱਟੀ ਪੂਜਣ ਯੋਗ ਨਹੀਂ ਹੁੰਦੀ ਜਾਂ ਇਹਨੂੰ ਕੋਈ ਪੂਜਣ ਯੋਗ ਨਹੀਂ ਸਮਝਦਾ, ਪਰ ਜਦ ਬੰਦਗੀ ਦੀ ਛੋਹ ਲੱਗ ਜਾਂਦੀ ਹੈ ਤੇ ਇਹੀ ਖਾਕ ਕਿਸੇ ਦੇ ਮਸਤਕ ਨੂੰ ਲੱਗ ਕੇ ਉਹਦਾ ਜੀਵਨ ਤਬਦੀਲ ਕਰ ਦਿੰਦੀ ਹੈ। ਅਤੇ ਸਾਡਾ ਮੱਥਾ ਟੇਕਣਾ ਵੀ ਇਹਦੇ ਵਿੱਚੋਂ ਹੀ ਬਣਿਆ ਹੋਇਆ। ਮੂਲ ਰੂਪ ਦੇ ਵਿੱਚ ਸਾਨੂੰ ਇੰਝ ਲੱਗਦਾ ਹੈ ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਰਹੇ ਹਾਂ, ਪਰ ਅਸਲ ਦੇ ਵਿੱਚ ਸਾਡਾ ਜਿਨ੍ਹਾਂ ਨੇ ਇਹ ਸਜਦਾ ਕਰਨ ਦੀ ਬਣਾਈ ਹੈ, ਦੇਖੋ ਚਾਹੇ ਸਾਡੇ ਅਤੇ ਇਸਲਾਮ ਦੇ ਵਿੱਚ ਸਜਦਾ ਕਰਨ ਦਾ ਥੋੜ੍ਹਾ ਬਹੁਤ ਫਰਕ ਹੈ। ਅਸੀਂ ਹੱਥ ਜੋੜਦੇ ਹਾਂ, ਉਹ ਹੱਥ ਅੱਡਦੇ ਨੇ, ਦੁਆ ਵਾਂਗ ਸਿੱਧੇ ਰੱਖਦੇ ਨੇ। ਸਾਡੀ ਚੌਂਕੜੀ ਉਹ ਗੋਡਿਆਂ ਪਰਨੇ ਬੈਠਦੇ ਨੇ। ਭਾਵੇਂ ਫਰਕ ਹੈ, ਪਰ ਜਦੋਂ ਨਤਮਸਤਕ ਹੁੰਦੇ ਆ ਸਾਡਾ ਵੀ ਮਸਤਕ ਝੁਕਦਾ, ਉਹਨਾਂ ਦਾ ਵੀ ਝੁਕਦਾ। ਇਹਦਾ ਮੂਲ ਤੱਤ ਕੀ ਹੈ ਕਿ ਜਿਹੜੇ ਸਾਡੇ ਜੀਵਨ ਦੇ ਵਿੱਚ ਜਿਹੜਾ ਸਾਡਾ ਸਿਰ ਹੈ, ਇਹਦੇ ਵਿੱਚ ਅੱਖਾਂ, ਨੱਕ, ਕੰਨ, ਬੁੱਧੀ ਮੰਨਿਆ ਜਾਂਦਾ ਕਿ ਉਹ ਸਿਰ ਦੇ ਵਿੱਚ ਹੁੰਦੀ ਹੈ, ਇਹਦਾ ਸੈਂਟਰ ਸਿਰ ਹੈ। ਤਾਂ ਉਹਨੂੰ ਜ਼ਮੀਨ 'ਤੇ ਲਾਉਣ ਦਾ ਮਤਲਬ ਹੈ ਕਿ ਸੁੰਦਰਤਾ, ਵਿਦਵਤਾ, ਅਕਲ ਜਾਂ ਹੋਰ ਕਿਸੇ ਤਰ੍ਹਾਂ ਦੇ ਮਾਣ ਦੇ ਗੁਮਾਨ ਕਰਕੇ ਜਿਹੜਾ ਸਾਡੇ ਜੀਵਨ 'ਚ ਅਧੂਰਾਪਣ ਪੈਦਾ ਹੋਣਾ ਹੈ, ਅਗਿਆਨ ਪੈਦਾ ਹੋਣਾ ਹੈ, ਅਸੀਂ ਰੋਜ਼ਾਨਾ ਇਸ ਸ੍ਰਿਸ਼ਟੀ ਦੇ ਨਾਲ ਮਸਤਕ ਜੋੜ ਕੇ ਇਸ ਗੱਲ ਦਾ ਪ੍ਰਮਾਣ ਦਿੰਦੇ ਹਾਂ ਕਿ ਅਸੀਂ ਆਪਣੇ ਇਸ ਸਾਰੇ ਕੁਝ ਨੂੰ ਇਸ ਮਿੱਟੀ ਦੀ ਹਸਤੀ ਤੋਂ ਵੱਡਾ ਨਹੀਂ ਸਮਝਦੇ। ਅਸੀਂ ਅਸਲ ਦੇ ਵਿੱਚ ਇਹ ਪ੍ਰਮਾਣ ਦੇ ਰਹੇ ਹਾਂ ਜਦੋਂ ਅਸੀਂ ਨਤਮਸਤਕ ਹੁੰਦੇ ਹਾਂ। ਅਤੇ ਗੋਡਿਆਂ ਪਰਨੇ ਹੋਣ ਦਾ ਭਾਵ ਕੀ ਹੈ? ਹੁਣ ਇਸੇ ਕਰਕੇ ਗੁਮਾਨ ਕਰਕੇ ਇਹ ਤਾਣ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਨੇ। ਇਸ ਕਰਕੇ ਜਦੋਂ ਇਹ ਵੀ ਜੁੜ ਜਾਂਦੀਆਂ ਤਾਂ ਮਤਲਬ ਅਸੀਂ ਸ੍ਰਿਸ਼ਟੀ ਦੀ ਜਿਹੜੀ ਹਾਲਤ ਹੈ ਜਾਂ ਜੋ ਉਹਦਾ ਤੇਜ ਹੈ ਉਹਦੇ ਤੋਂ ਵੱਡੇ ਨਹੀਂ ਹੈ। ਇਸ ਗੱਲ ਨੂੰ ਪ੍ਰਮਾਣ ਕਰਦੇ ਹਾਂ। ਇੰਝ ਕਰਕੇ ਭਾਵੇਂ ਕਿਸੇ ਧਰਮ ਗ੍ਰੰਥ ਨੂੰ ਸਜਦਾ ਕਰ ਲਓ, ਭਾਵੇਂ ਕਿਸੇ ਵੀ ਜਗ੍ਹਾ ਨੂੰ ਨਾ ਸਜਦਾ ਕਰੋ, ਇੰਝ ਸਜਦਾ ਕਰਨਾ ਪਰਮੇਸ਼ਰ ਨੂੰ ਸਜਦਾ ਆਪਣੇ ਆਪ ਹੋ ਹੀ ਜਾਂਦਾ, ਕਿਉਂਕਿ ਉਹਦੀ ਸਭ ਤੋਂ ਵੱਡੀ ਸੱਤਾ, ਉਹਦੀ ਸ੍ਰਿਸ਼ਟੀ ਤੱਤ ਨੂੰ, ਪ੍ਰਿਥਵੀ ਤੱਤ ਨੂੰ ਅਸੀਂ ਪ੍ਰਵਾਨ ਕਰ ਲਿਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਈ। ਹੁਣ ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ, ਸਭ ਤੋਂ ਨੀਵੀਂ ਧਰਤ ਹੈ। ਕਹਿੰਦੇ ਜੇ ਧਰਤ ਨੀਵੀਂ ਨਾ ਹੋਵੇ ਤਾਂ ਕੁਝ ਵੀ ਨਾ ਚੱਲੇ। ਹੁਣ ਜਿਹੜੇ ਆ ਜਲ ਇੰਨੇ ਦਰਿਆ ਵਹਿ ਰਹੇ ਨੇ, ਉਹ ਪ੍ਰਿਥਵੀ ਉੱਪਰ ਨੇ। ਇੰਨੀਆਂ ਬਹੁ ਮੰਜ਼ਲੀ ਇਮਾਰਤਾਂ ਉਹ ਸਾਰੀਆਂ ਜਾ ਰਹੀਆਂ ਨੇ, ਪ੍ਰਿਥਵੀ ਉੱਪਰ ਨੇ। ਸਾਰਾ ਜੀਵਨ ਦਾ ਖੇਲ ਇਹਦੇ 'ਤੇ ਚੱਲ ਰਿਹਾ। ਖੇਤੀ ਸਿੰਚੀ ਜਾ ਰਹੀ ਹੈ, ਪ੍ਰਿਥਵੀ ਤੱਤ ਕਰਕੇ ਹੈ। ਕਦੇ ਰੋਡਾਂ ਦੇ ਵਿੱਚ ਤਾਂ ਖੇਤੀ ਹੋਈ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਇਹਦੇ ਬਰਾਬਰ ਕੋਈ ਨਹੀਂ ਹੈ। ਇਹਨੂੰ ਦੇਖੋ, ਜੀਵਨ ਦਾ ਗੁਮਾਨ ਇੱਕ ਮਿੱਟੀ ਦੇ ਚਿੰਤਨ ਨਾਲ ਵੀ ਖਤਮ ਕੀਤਾ ਜਾ ਸਕਦਾ। ਇਸ ਗੱਲ ਦੇ ਬੜੇ ਗਹਿਰੇ ਭਾਵ ਹਨ। ਸਮੱਸਿਆ ਇਹ ਆਉਂਦੀ ਹੈ ਵਿਆਖਿਆ ਦੇ ਵਿੱਚ ਕਿ ਕਈ ਖਿਆਲ ਇੰਨੇ ਜ਼ਿਆਦਾ ਬਰੀਕ ਹੋ ਜਾਂਦੇ ਨੇ ਜਿਹੜੇ ਵਿਆਖਿਆ ਦੇ ਵਿੱਚ ਬੜਾ ਯਤਨ ਕਰਨ ਦੇ ਬਾਵਜੂਦ ਆ ਹੀ ਨਹੀਂ ਸਕਦੇ। ਜਿਵੇਂ ਮੈਂ ਆਪ ਰੋਜ਼ਾਨਾ ਇਸ ਗੱਲ ਨੂੰ ਮਹਿਸੂਸ ਕਰਦਾ ਹਾਂ। ਕਈ ਵਾਰੀ ਲੱਗਦਾ ਹੋਏਗਾ ਕਿ ਗੱਲ ਬੜੀ ਸਰਲ ਹੋ ਰਹੀ, ਪਰ ਉਹ ਸ਼ਬਦਾਂ ਦੀ ਸੀਮਾ ਹੁੰਦੀ। ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਦਾ ਇੱਕ ਭਾਵ ਇਹ ਬਣਦਾ ਹੈ ਕਿ ਜੀਵਨ ਦੀ ਕੀਮਤ ਜਾਣਨ ਦੇ ਲਈ ਬੰਦਾ ਹਮੇਸ਼ਾ ਬਾਹਰ ਜਾਂਦਾ ਹੈ। ਹਮੇਸ਼ਾ ਹੁਣ ਅਸੀਂ ਆਪਣੇ ਜੀਵਨ ਦੀ ਜਦੋਂ ਉੱਤਮਤਾ ਗਿਣਦੇ ਹਾਂ, ਕੀ ਕਹਿੰਦੇ ਹਾਂ? ਅਸੀਂ ਇੰਝ ਹੀ ਕਹਿੰਦੇ ਹਾਂ ਨਾ ਕਿ ਮੈਂ ਕਥਾਵਾਚਕ ਹਾਂ, ਮੈਂ ਕਾਰੋਬਾਰੀ ਹਾਂ, ਮੈਂ ਪੜ੍ਹਿਆ ਲਿਖਿਆ ਹਾਂ, ਮੈਂ ਬਹੁਤ ਵੱਡਾ ਰਾਜਨੀਤਿਕ ਹਾਂ। ਇਹੀ ਗਣਨਾ ਕਰਦੇ ਹਾਂ। ਕਦੀ ਅਸੀਂ ਇਸ ਤੱਤ ਦੀ ਗਣਨਾ ਕੀਤੀ ਹੈ ਕਿ ਆਹ ਜਿਹੜੀ ਮਿੱਟੀ ਉੱਪਰ ਮੈਂ ਰਹਿ ਰਿਹਾ, ਇਹਨੇ ਮੈਨੂੰ ਘੜਿਆ ਹੋਇਆ ਹੈ, ਜਾਂ ਇਹਦੇ ਕਰਕੇ ਮੇਰਾ ਜੀਵਨ ਬਣਿਆ, ਦੇਹ ਦਾ ਆਕਾਰ ਇਹਦੇ ਕਰਕੇ ਬਣਿਆ? ਅਸੀਂ ਕਦੀ ਇਸ ਦਾ ਜ਼ਿਕਰ ਨਹੀਂ ਕੀਤਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਸਾਨੂੰ ਉਸ ਚਿੰਤਨ ਦੇ ਨਾਲ ਜੋੜ ਰਹੇ ਹਨ। ਅੱਜ ਕੁਦਰਤੀ ਦੇਖੋ ਮਨੁੱਖਤਾ ਕਿੱਥੇ ਪਹੁੰਚ ਗਈ ਹੈ। ਜਿਹੜਾ ਅਸੀਂ ਅਤੀ ਜਿਹਨੂੰ ਪੋਸਟ ਮਾਡਰਨ ਦਾ ਸਮਾਂ ਚੱਲ ਰਿਹਾ ਹੈ, ਮਾਡਰਨ ਵਰਲਡ ਲੰਘ ਚੁੱਕਿਆ ਹੈ। ਸਾਡੇ ਲੋਕ ਅੱਜ ਵੀ ਕਹਿਣਗੇ ਜੀ ਮਾਡਰਨ ਯੁੱਗ ਹੋ ਗਿਆ। ਮਾਡਰਨ ਤਾਂ ਲੰਘ ਚੁੱਕਿਆ ਹੈ, ਹੁਣ ਪੋਸਟ ਮਾਡਰਨ ਚੱਲ ਰਿਹਾ। ਵਰਲਡ ਦੇ ਵਿੱਚ ਪੋਸਟ ਮਾਡਰਨ ਯੁੱਗ ਚੱਲ ਰਿਹਾ। ਉਹਦੇ ਵਿੱਚ ਮਨੁੱਖ ਨੇ ਆਪਣੀ ਸ਼ਵਛਤਾ ਨੂੰ ਇੱਥੋਂ ਤੱਕ ਲਿਆਂਦਾ ਹੈ ਕਿ ਕੰਕਰੀਟ ਕਰ ਦਿਓ ਸਾਰਾ ਕੁਝ, ਮੈਨੂੰ ਜਿਹੜਾ ਪ੍ਰਿਥਵੀ ਮਿੱਟੀ ਨਜ਼ਰ ਨਹੀਂ ਆਉਣੀ ਚਾਹੀਦੀ। ਚਾਹੇ ਉਹ ਬਾਜ਼ਾਰ ਹੈ, ਚਾਹੇ ਉਹ ਘਰ ਹੈ, ਚਾਹੇ ਉਹ ਮੇਰਾ ਕੋਈ ਹੋਰ ਹਿੱਸਾ ਹੈ। ਮਤਲਬ ਮਨੁੱਖਤਾ ਦਾ ਸੰਕਟ ਇੱਕ ਹੈ ਕਿ ਜਿਹੜੀ ਬਾਣੀ ਨੂੰ ਅਸੀਂ ਸਜਦਾ ਕਰ ਰਹੇ ਹਾਂ, ਉਹ ਸਾਨੂੰ ਸਿੱਧਾ ਪ੍ਰਿਥਵੀ ਤੱਤ ਦੇ ਨਾਲ ਜੋੜ ਕੇ ਅਤੇ ਕੁਝ ਜੀਵਨ ਦਾ ਵੱਡਾ ਗਿਆਨ ਦੇ ਰਹੀ ਹੈ। ਅਤੇ ਸਾਡਾ ਜਿਹੜਾ ਅਤੀ ਆਧੁਨਿਕ ਹੋਣ ਦਾ ਭਰਮ ਹੈ, ਉਹ ਕਹਿੰਦਾ ਕਿਤੇ ਵੀ ਡਸਟ ਨਹੀਂ ਹੋਣਾ ਚਾਹੀਦਾ, ਮਿੱਟੀ ਨਹੀਂ, ਕੰਕਰੀਟ ਕਰ ਦਿਓ। ਦੇਖ ਲਓ, ਸ਼ਾਇਦ ਸਾਰੇ ਪਾਸੇ ਕੰਕਰੀਟ ਹੋਈ ਜਾ ਰਿਹਾ। ਮਤਲਬ
ਕੁਦਰਤੀ ਹੈ, ਜ਼ਮੀਨ ਤੋਂ ਬੈਸਣਾ ਸਾਡਾ ਘਟ ਗਿਆ। ਪ੍ਰਿਥਵੀ ਤੱਤ ਨੂੰ ਦੇਖਣ ਦੀ ਸਾਡੀ ਲਾਲਸਾ ਜਿਹੜੀ ਹੈ ਮਿੱਟੀ ਨੂੰ ਦੇਖਣ ਦੀ ਮੁੱਕ ਗਈ, ਉਹਦੇ ਨਾਲ ਰੁਚਿਤ ਹੋਣ ਦਾ। ਪਰ ਫਿਰ ਵੀ ਯਾਦ ਰੱਖਣਾ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅਸੀਂ ਖਾਕ ਤੋਂ ਭੱਜ ਨਹੀਂ ਸਕਾਂਗੇ। ਅਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਜੀਵਨ ਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ। ਠੀਕ ਹੈ, ਤੂੰ ਸਾਰੇ ਵਰਲਡ ਨੂੰ ਕੰਕਰੀਟ ਕਰ ਸਕਦਾ, ਪਰ ਤੈਨੂੰ ਆਖਰ ਪ੍ਰਵਾਨਗੀ ਇੱਥੋਂ ਤੱਕ ਕਿ ਜਿਸ ਸ਼ਮਸ਼ਾਨ ਭੂਮੀ ਦੇ ਵਿੱਚ ਤੂੰ ਦਫਨ ਹੋਣਾ ਹੈ ਉਹ ਵੀ ਕੰਕਰੀਟ ਦੀ ਹੋ ਸਕਦੀ ਹੈ, ਪਰ ਜਿਹੜੀ ਉੱਥੋਂ ਦੀ ਅੰਤਮ ਕਿਰਿਆ ਉਹ ਤਾਂ ਤੈਨੂੰ ਜ਼ਰੂਰ ਖਾਕ ਕਰੇਗੀ। ਖਾਕ ਦੀ ਐਡੀ ਵੱਡੀ ਸਮਰੱਥਾ ਹੈ। ਜੀਵਨ ਦਿਆਂ ਪੈਰਾਂ ਤਲੈ, ਕਦੀ ਆਪਣੇ ਆਪ ਨੂੰ ਮਿੱਟੀ ਨੇ ਨਹੀਂ ਕਿਹਾ ਕਿ ਮੈਂ ਕਿੱਡੀ ਵੱਡੀ ਹਾਂ। ਕੁਦਰਤੀ ਹੈ, ਗੰਦਗੀ ਸੁੱਟ ਦਿਓ ਤਾਂ ਪ੍ਰਵਾਨ ਕਰ ਲੈਂਦੀ ਹੈ, ਸਫਾਈ ਕਰ ਦਿਓ, ਫੁੱਲ ਬੂਟੇ ਲਾ ਦਿਓ ਤਾਂ ਠੀਕ ਹੈ। ਕਦੀ ਆਪਣੇ ਆਪ ਨੂੰ ਨਹੀਂ ਜਣਾਇਆ, ਪਰ ਇਹਦਾ ਭਾਵ ਹੈ ਕਿ ਉਹ ਆਪਣੇ ਮੂਲ ਸੁਭਾਅ ਵਿੱਚ ਤਬਦੀਲੀ ਨਹੀਂ ਕਰਦੀ। ਗੰਦਗੀ ਨੂੰ ਵੀ ਜਜ਼ਬ ਕਰਨਾ, ਜਿਹੜੀ ਸੁੰਦਰਤਾ ਮਹਿਕ ਨੂੰ ਵੀ ਜਜ਼ਬ ਕਰਨਾ, ਮਨੁੱਖ ਦੇ ਸਭ ਕੁਝ ਨੂੰ ਜਜ਼ਬ ਕਰਕੇ ਫਿਰ ਮੂਲ ਰੂਪ ਦੇ ਵਿੱਚ ਉਵੇਂ ਦਾ ਰਹਿਣਾ ਹੁਣ ਕੁਦਰਤੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਖਾਕੂ ਜੇੜ ਨਾ ਕੋਏ। ਕਹਿੰਦੇ ਮੈਂ ਇਹਦੇ 'ਚ ਵੱਡਾ ਨਹੀਂ ਦੇਖਿਆ। ਜਿਹੜੇ ਇਸ ਦੁਨਿਆਵੀ ਇਸ ਹੰਕਾਰ ਦੇ ਵਿੱਚ ਗ੍ਰਸਤ ਹੋ ਕੇ ਕਹਿੰਦੇ ਸੀ ਸ੍ਰਿਸ਼ਟੀ ਨੂੰ ਮੈਂ ਆਪਣੇ ਅਧੀਨ ਕਰ ਲਿਆ, ਇਹ ਮੇਰੇ ਮੁਲਕ ਦੀ ਮਿੱਟੀ ਹੈ, ਮੇਰੇ ਰਾਜ ਦੀ ਮਿੱਟੀ ਹੈ, ਇਹ ਧਰਤ ਮੇਰੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਧਰਤ ਨੇ ਆਪਣਾ ਮਾਲਕ ਕਿਸੇ ਨੂੰ ਨਹੀਂ ਬਣਨ ਦਿੱਤਾ। ਜਿਨ੍ਹਾਂ ਨੇ ਇਹਦੇ ਮਾਲਕ ਬਣਨ ਦਾ ਦਾਅਵਾ ਜਾਂ ਗੁਮਾਨ ਕੀਤਾ, ਉਹਨਾਂ ਨੇ ਇਸ ਮਿੱਟੀ ਨੇ ਉਹਨਾਂ ਨੂੰ ਆਪਣੇ ਆਪ ਵਿੱਚ ਮਿਲਾ ਕੇ ਪੁੱਛਿਆ, ਤੁਹਾਡੀ ਹਸਤੀ ਕਿੱਥੇ ਹੈ। ਬਾਬਾ ਫਰੀਦ ਸਾਹਿਬ ਜੀ ਦੇ ਸ਼ਬਦ ਪੜ੍ਹੋ, ਜ਼ਿਕਰ ਆਉਂਦਾ ਹੈ, ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨ ਗਏ। ਕਹਿੰਦੇ ਧਰਤ ਅਤੇ ਅਸਮਾਨ ਗੱਲਾਂ ਕਰਦੇ ਨੇ ਆਪਸ ਦੇ ਵਿੱਚ, ਅਤੇ ਜਿਹੜੇ ਜਿਮੀ ਨੂੰ ਧਰਤੀ ਨੂੰ ਅਸਮਾਨ ਪੁੱਛਦਾ ਹੈ ਕਿ ਕੱਲ੍ਹ ਤੱਕ ਜਿਹੜੇ ਤੇਰੇ 'ਤੇ ਗੰਦ ਪਾਉਣ ਵਾਲੇ ਸਨ, ਅਧਰਮ ਖਿਲਾਰਨ ਵਾਲੇ ਸਨ, ਆਪਣੀ ਕੂੜਿਆਰੀ ਸੱਤਾ ਦਾ ਜ਼ੋਰ ਚਲਾਉਣ ਵਾਲੇ ਸਨ, ਕਿੱਥੇ ਗਏ ਹਨ। ਤਾਂ ਮਿੱਟੀ ਆਖਦੀ ਹੈ, ਜਾਲਣ ਗੋਰਾ ਨਾਲ ਉਲਾਮੇ ਜੀਸ ਹੈ। ਕਹਿੰਦੀ ਉਹ ਕਬਰ ਜਿੰਨੀ ਥੋੜ੍ਹੀ ਜਿਹੀ ਥਾਂ ਦਿੱਤੀ ਹੈ, ਪਰ ਕਬਰ ਦੇ ਵਿੱਚ ਵੀ ਇਕੱਲਾ ਪਿੰਜਰ ਬਚਿਆ ਹੈ। ਪਤਾ ਨਹੀਂ ਕਿੱਦਣ ਕੋਈ ਉਸ ਕਬਰ ਨੂੰ ਵਾਹ ਦੇ ਜਾਂ ਉਹ ਕਬਰ ਵੀ ਖੁਰ ਜਾਏ, ਇੰਨੀ ਕੁ ਹਸਤੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੀਵਨ ਦਿਆਂ ਪੈਰਾਂ ਤਲੈ, ਸਾਨੂੰ ਲੱਗਦਾ ਸਾਰਾ ਸਾਡੇ ਪੈਰਾਂ ਹੇਠ ਹੀ ਰਹਿੰਦੀ ਹੈ, ਕਿੱਡੀ ਕੁ ਵੱਡੀ ਗੱਲ ਹੈ। ਪਰ ਕਿਉਂਕਿ ਇਸਲਾਮੀ ਮਜ਼ਹਬ ਦੇ ਵਿੱਚ ਮਨੁੱਖ ਨੂੰ ਮਰਨ ਤੋਂ ਬਾਅਦ ਦਫਨਾਇਆ ਜਾਂਦਾ ਹੈ ਅਤੇ ਉੱਪਰ ਹੋ ਜਾਂਦੀ ਹੈ। ਇਹ ਸਾਡੇ ਵਿੱਚ ਵੀ ਇੰਝ ਚੱਲਦਾ ਹੈ। ਕਈ ਵਾਰੀ ਜਦ ਫੁੱਲ ਆਦਿ ਪ੍ਰਵਾਹਿਤ ਨਾ ਕਰਨੇ ਹੋਣ ਤਾਂ ਸਿੱਖ ਰਹਿਤ ਮਰਜ਼ਾਦਾ ਨੇ ਲਿਖਿਆ ਹੈ ਕਿ ਉਹਨਾਂ ਨੂੰ ਉਸੇ ਤਰ੍ਹਾਂ ਕਿਸੇ ਜਗ੍ਹਾ ਗਹਿਰਾ ਪੁੱਟ ਕੇ ਦੱਬ ਕੇ ਅਤੇ ਜ਼ਮੀਨ ਮਿੱਟੀ ਪਾ ਕੇ ਬਰਾਬਰ ਕਰ ਦਿੱਤਾ ਜਾਵੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਜੀਵਨ ਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ। ਆਪਣੀ ਹਸਤੀ ਨੂੰ ਉੱਥੇ ਰੱਖਦੀ ਹੈ ਮਿੱਟੀ, ਜੀਂਦਿਆਂ ਭਾਵੇਂ ਪੈਰਾਂ ਥੱਲੇ ਹੈ। ਇਸ ਕਰਕੇ ਸੂਫੀ ਫਕੀਰਾਂ ਨੇ ਇੱਕ ਗੱਲ ਕਹੀ ਹੈ ਕਿ ਉਹਨਾਂ ਦਾ ਖਾਕ ਦੇ ਨਾਲ ਬੜਾ ਪ੍ਰੇਮ ਹੁੰਦਾ ਸੀ। ਖਾਕ ਦੇ ਨਾਲ ਉਹਨਾਂ ਦੇ ਪ੍ਰੇਮ ਹੋਣ ਦਾ ਇੱਕ ਵੱਡਾ ਕਾਰਨ ਸੀ, ਜਿਵੇਂ ਮੁਲਤਾਨ ਦੀਆਂ 3 ਚੀਜ਼ਾਂ ਮਸ਼ਹੂਰ ਸਨ, ਉਹਨਾਂ ਦੇ ਵਿੱਚੋਂ ਮੁਲਤਾਨ ਦਾ ਘੱਟਾ ਵੀ ਮਸ਼ਹੂਰ ਸੀ। ਅੱਜ ਵੀ ਲੋਕ ਮੁਲਤਾਨੀ ਮਿੱਟੀ ਦਾ ਪ੍ਰਯੋਗ ਕਰਦੇ ਨੇ। ਉਹ ਕਾਰਨ ਹੈ, ਉਹਦੇ ਵਿੱਚ ਕਈ ਕਾਰਨ ਹਨ। ਤਾਂ ਉਹ ਖਾਕ ਦੇ ਨਾਲ ਇੰਨਾ ਪ੍ਰੇਮ ਕਰਦੇ ਸਨ, ਕਿਸੇ ਸੂਫੀ ਫਕੀਰ ਨੂੰ ਉਹ ਆਪਣੇ ਝੋਲੇ ਦੇ ਵਿੱਚ ਹਰ ਵੇਲੇ ਬੜੀ ਖਾਕ ਰੱਖਦਾ ਸੀ। ਸਾਡੇ ਵੀ ਇੱਧਰ ਇੱਕ ਪਰੰਪਰਾ ਰਹੀ ਹੈ ਵਿਭੂਤੀ ਲਾਉਣ ਦੀ, ਉਹਦਾ ਚਲੋ ਅਰਥ ਕੁਝ ਹੋਰ ਹੈ। ਉਹ ਸੂਫੀ ਵੀਰ ਨੂੰ ਪਿੱਛੇ ਨੇ ਪੁੱਛਿਆ ਕਿ ਤੂੰ ਆਪਣੇ ਝੋਲੇ ਦੇ ਵਿੱਚ ਹਰ ਵੇਲੇ ਖਾਕ ਕਿਉਂ ਰੱਖਦਾ ਹੈ, ਇਤਨੀ ਮਿੱਟੀ ਕਿਉਂ ਰੱਖਦਾ ਹੈ। ਉਹ ਕਹਿਣ ਲੱਗਾ, ਇਹ ਮੇਰੀ ਅਸਲ ਮਾਤਾ ਹੈ, ਅਸਲ ਮੇਰੀ ਜਨਨੀ ਹੈ, ਅਸਲ ਮੇਰੀ ਪਰਵਰਿਸ਼ ਕਰਨ ਵਾਲੀ। ਕਹਿੰਦਾ ਕਿਵੇਂ? ਕਹਿਣ ਲੱਗਾ, ਜਦੋਂ ਮੇਰੇ ਅੰਦਰੋਂ ਅੱਲਾਹ ਤਾਲਾ ਦਾ ਨੂਰ ਨਿਕਲ ਜਾਏਗਾ, ਆਤਮਾ ਨਿਕਲ ਜਾਏਗੀ, ਰੂਹ ਨਿਕਲ ਜਾਏਗੀ, ਉਸ ਤੋਂ ਬਾਅਦ ਮੇਰੇ ਸਰੀਰ ਦੀਆਂ ਜਿਹੜੀਆਂ ਕਿਰਿਆਵਾਂ ਨੇ ਉਹਨੇ ਮੈਨੂੰ ਇੰਨਾ ਬਦਬੂਦਾਰ, ਇੰਨਾ ਭੈੜਾ, ਇੰਨਾ ਕਰੂਪ, ਇੰਨਾ ਕੁਹਜ ਕਰ ਦੇਣਾ ਹੈ ਕਿ ਮੇਰਾ ਸੰਬੰਧੀ ਵੀ ਮੇਰੇ ਨੇੜੇ ਆਉਣ ਤੋਂ ਝਿਜਕੇਗਾ। ਪਰ ਇਹ ਖਾਕ ਹੈ ਜਿਹੜੀ ਮੈਨੂੰ ਬਦਬੂਦਾਰ ਹੋਏ ਨੂੰ, ਕਰੂਪ ਹੋਏ ਨੂੰ, ਮੈਨੂੰ ਬੇਹਰਕਤ ਹੋਏ ਨੂੰ ਵੀ ਸੰਭਾਲ ਕੇ ਅਤੇ ਮੇਰੀ ਦੇਹ ਨੂੰ ਫਿਰ ਉੱਥੇ ਤੱਕ ਲਿਜਾਏਗੀ ਜਿੱਥੇ ਜਾ ਕੇ ਮੇਰਾ ਕੋਈ ਅਪਮਾਨ ਨਾ ਕਰ ਸਕੇ ਅੰਤਮ ਸਮੇਂ ਵੀ। ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ, ਹੁਣ ਕੁਦਰਤੀ ਹੈ, ਜਿਵੇਂ ਅਸੀਂ ਹੋਮਵਰਕ ਕਹਿੰਦੇ ਹਾਂ, ਮੈਂ ਕਈ ਵਾਰੀ ਆਪਣੇ ਆਪ 'ਚ ਖਿਆਲ ਕਰਦਾ, ਵੱਖਰੀ ਗੱਲ ਆਪਦੇ ਨਾਲ ਸਾਂਝਾ ਨਹੀਂ ਕਰਦਾ ਕਿ ਇਤਨਾ ਦਰਜ ਕਰ ਦਿੱਤਾ, ਬਾਕੀ ਇਹਦਾ ਅਨੁਭਵ ਬਾਕੀ ਬਾਣੀ 'ਚੋਂ ਲੱਭ ਕੇ ਲਿਆਓ। ਬਾਣੀ 'ਚ ਹੋਰ ਅਨੁਭਵ ਮਿਲਦਾ ਹੈ, ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ 'ਚ ਹੀ ਮਿਲ ਜਾਂਦਾ ਹੈ। ਫਰੀਦਾ ਗੋਰ ਨਿਮਾਣੀ ਛੱਡ ਕਰੇ ਨਿਘਰਿਆਂ ਘਰ ਆਓ, ਕਿ ਜਿਹੜੀ ਕਬਰਸਤਾਨ ਹੈ ਉਹ ਤੈਨੂੰ ਆਵਾਜ਼ ਮਾਰ ਰਿਹਾ ਕਿ ਤੈਨੂੰ ਮੈਂ ਸੰਭਾਲਾਂਗਾ।
ਇਹਨਾਂ ਦੇ ਤੇਰੇ ਪ੍ਰਾਣ ਨਿਕਲਦਿਆਂ ਹੀ ਤੈਨੂੰ ਘਰ ਤੋਂ ਰੁਖਸਤ ਕਰ ਦੇਣਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੀਵੰਦਿਆਂ ਪੈਰਾਂ ਤਲੇ, ਜੀਂਦਿਆਂ ਆਪਣੇ ਮਨੁੱਖ ਦੇ ਪੈਰਾਂ ਹੇਠ ਰਹਿੰਦੀ ਮਨੁੱਖ ਇਹਦਾ ਕੁਝ ਵੱਡਾ ਮਹੱਤਵ ਨਹੀਂ ਸਮਝਦਾ, ਮੋਇਆ ਉੱਪਰ ਹੋਏ। ਹੁਣ ਤਾਂ ਦੇਖੋ ਕੁਦਰਤੀ ਹੈ ਨਾ, ਮਤਲਬ ਸਾਡੇ ਧਾਰਮਿਕ ਢੰਗ ਵੀ ਬਦਲਦੇ ਜਾ ਰਹੇ ਨੇ। ਜਿਤਨੇ ਕੁ ਮੈਂ ਦੇਖੇ ਨੇ, ਪਹਿਲਾਂ ਸਮਿਆਂ ਦੇ ਵਿੱਚ ਲੋਕ ਗੁਰੂ ਘਰੋਂ ਗੁਜ਼ਰਦੇ ਸਨ, ਹੁਣ ਤਾਂ ਕੰਕਰੀਟ ਹੋ ਗਿਆ। ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੂੰ ਦੂਰੀ ਤੋਂ ਵੀ ਗੁਰੂ ਘਰ ਲਾਗੋਂ ਲੰਘਣਾ ਪੈਂਦਾ ਸੀ ਨਾ, ਤਾਂ 50 ਫੁੱਟ ਦੂਰੀ ਤੋਂ ਨਤਮਸਤਕ ਹੁੰਦਿਆਂ ਵੀ ਉਹ ਕੁਝ ਕੁ ਮਿੱਟੀ ਦੇ ਕਾਣ ਆਪਣੇ ਮਸਤਕ ਨੂੰ ਲਾ ਲੈਂਦੇ ਸਨ, ਉਹ ਖੁਦ ਪਕੜ ਕੇ ਹੱਥਾਂ ਦੇ ਨਾਲ। ਵੀ ਉਹ ਸਮਝਦੇ ਸਨ ਕਿ ਇਹ ਖਾਕ ਪਵਿੱਤਰ ਹੈ। ਇਸ ਕਰਕੇ ਤਾਂ ਕਰਕੇ ਭਾਈ ਨੰਦ ਲਾਲ ਜੀ ਨੇ ਵੀ ਇਹ ਕਿਹਾ ਹੈ ਕਿ ਜਿਹੜੀ ਸਤ ਸੰਗਤ ਹੈ ਉਹ ਇਸ ਮਿੱਟੀ ਨੂੰ ਅਕਸੀਰ ਕਰ ਦਿੰਦੀ ਹੈ, ਪਵਿੱਤਰ ਕਰ ਦਿੰਦੀ ਹੈ, ਖੁਸ਼ਬੂਦਾਰ ਕਰ ਦਿੰਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੀਵੰਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਇਹ ਫਿਰ ਉੱਪਰ ਪੈ ਜਾਂਦੀ ਹੈ ਅਤੇ ਫਿਰ ਮਨੁੱਖ ਦੀ ਹਸਤੀ ਨੂੰ ਮੇਟ ਦਿੰਦੀ ਹੈ ਅਤੇ ਇੱਕ ਸਮਾਨ ਰਹਿੰਦੀ ਹੈ। ਹੁਣ ਇਹਦਾ ਦੂਸਰਾ ਮਿੱਟੀ ਤੋਂ ਭਾਵ ਹੈ ਨਿਮਰਤਾ ਦਾ। ਜਿਹੜੀ ਨਿਮਰਤਾ ਹੈ, ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜ਼ਿਕਰ ਕਰਦੇ ਹਨ ਕਿ ਨਿਮਰਤਾ ਵਾਲਾ ਜੀਵਨ ਜਿਹੜਾ ਹੈ, ਸਾਨੂੰ ਲੱਗਦਾ ਕਿ ਇਹਨੇ ਸਾਡੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਜਾਂ ਉਹਨੂੰ ਅਸੀਂ ਹੀਣਾ ਸਮਝੀਏ, ਜਾਂ ਅਧੂਰਾ ਸਮਝੀਏ, ਜਾਂ ਕਮਜ਼ੋਰ ਸਮਝੀਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਕੀਰਾਂ ਦਾ ਜੀਵਨ ਮਿੱਟੀ ਵਰਗਾ ਹੁੰਦਾ ਹੈ, ਉਹਨੂੰ ਨਹੀਂ ਨਿੰਦਣਾ ਚਾਹੀਦਾ। ਕਿਉਂਕਿ ਜਿਵੇਂ ਮਿੱਟੀ ਦੇ ਬਰਾਬਰ ਨਹੀਂ ਕੋਈ ਹੋ ਸਕਦਾ, ਐਵੇਂ ਸੰਤਾਂ ਦੇ ਫਕੀਰਾਂ ਦੇ ਜੀਵਨ ਦੇ ਬਰਾਬਰ ਨਹੀਂ ਹੋ ਸਕਦਾ। ਜੀਵਨ ਦਿਆਂ ਪੈਰਾਂ ਤਲੇ, ਜਦੋਂ ਜੋ ਉਹ ਜੀਵਨ ਦੇ ਵਿੱਚ ਸਰੀਰ ਵਿੱਚ ਵਿਚਰ ਰਹੇ ਹੁੰਦੇ ਹਨ, ਮਨੁੱਖਤਾ ਉਹਨਾਂ ਨੂੰ ਬਹੁਤਾ ਵੱਡਾ ਨਹੀਂ ਜਾਣਦੀ, ਨਿੰਦਿਆ ਕਰਦੀ ਹੈ, ਉਹਨਾਂ ਦੇ ਪ੍ਰਤੀ ਘ੍ਰਿਣਤ ਕਰਦੀ ਹੈ, ਉਹਨਾਂ ਤੋਂ ਦੂਰੀ ਬਣਾਉਂਦੀ ਹੈ। ਕਹਿੰਦੇ ਪਰ ਜਦੋਂ ਆਪਣਾ ਸਰੀਰਕ ਆਕਾਰ ਤੱਜ ਕੇ ਚਲੇ ਜਾਂਦੇ ਨੇ, ਫਿਰ ਮੋਇਆ ਉੱਪਰ ਹੋਏ। ਉਹਨਾਂ ਦਾ ਜੀਵਨ ਮਿਟਣ ਤੋਂ ਬਾਅਦ ਉਹਨਾਂ ਦੀ ਕੀਰਤੀ, ਉਹਨਾਂ ਦੀ ਜੀਵਨ 'ਚ ਬੰਦਗੀ ਦਾ ਪ੍ਰਤਾਪ ਮਨੁੱਖਾਂ ਦੇ ਸਿਰ ਚੜ੍ਹ ਕੇ ਬੋਲਦਾ ਅਤੇ ਮੋਇਆਂ ਨੂੰ ਜੀਵਨ ਦੇ ਦਿੰਦਾ ਹੈ, ਬੰਦਗੀ ਦੇ ਸੂਤਰ ਦੇ ਜਾਂਦਾ ਉਹਨਾਂ ਦਾ ਜੀਵਨ। ਇਸ ਕਰਕੇ ਫਕੀਰ ਪੁਰਖ ਦੀ ਕਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਜੀਵਨ ਦਿਆਂ ਪੈਰਾਂ ਤਲੇ। ਇਸ ਸ਼ਲੋਕ ਦੇ ਭਾਵ ਵਿੱਚ ਇੱਕ ਹੋਰ ਵੀ ਗਹਿਰਾ ਨੁਕਤਾ ਹੈ। ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਫਰੀਦਾ ਖਾਕ ਨਾ ਨਿੰਦੀ ਹੈ, ਤਾਂ ਸਾਨੂੰ ਠੀਕ ਉਹੀ ਨੁਕਤਾ ਸਮਝ ਆਉਣਾ ਚਾਹੀਦਾ ਜਿਹੜਾ ਸ਼ਲੋਕ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ। ਕੀ ਪੜ੍ਹਦੇ ਹਾਂ ਭਲਾ ਸ਼ਲੋਕ ਦੇ ਅੰਤਰਗਤ? ਮਾਤਾ ਧਰਤ ਮਹੱਤ, ਅਸੀਂ ਇਹ ਸ਼ਲੋਕ ਪੜ੍ਹਦੇ ਹਾਂ। ਅਤੇ ਇਹੀ ਸ਼ਲੋਕ ਜਦੋਂ ਬਾਬਾ ਫਰੀਦ ਸਾਹਿਬ ਜੀ ਦੇ ਅਨੁਭਵ ਵਿੱਚ ਆਉਂਦਾ ਹੈ, ਅਤੇ ਉਹ ਉਹਦਾ ਇੱਕ ਨਵਾਂ ਅਨੁਭਵ ਸਾਡੇ ਸਨਮੁਖ ਰੱਖਦਾ ਕਿ ਖਾਕ ਨਾ ਨਿੰਦੀ ਹੈ ਕਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ। ਜਿਸ ਤੱਤ ਨੂੰ ਅਸੀਂ ਇੰਨਾ ਛੋਟਾ ਸਮਝਦੇ ਹਾਂ, ਸਾਰਾ ਜੀਵਨ ਹੀ ਇਸ ਤੱਤ ਦੇ ਅਧੀਨ ਹੈ, ਇਸ ਵਸਤ ਦੇ ਅਧੀਨ ਹੈ। ਇਸ ਕਰਕੇ ਜਦੋਂ ਜੀਵਨ ਕਿਸੇ ਵਸਤ ਦੇ ਅਧੀਨ ਹੈ, ਉਹਦਾ ਗੁਮਾਨ ਨਹੀਂ ਕਰਨਾ ਚਾਹੀਦਾ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ, ਫਰੀਦਾ ਜਾਂ ਲੱਭ ਤਾਂ ਨਿਹੋ ਕਿਆ, ਲੱਭ ਤਾਂ ਕੂੜਾ ਨੇ। ਹੁਣ ਅਗਲੇ ਸ਼ਲੋਕ ਦੇ ਵਿੱਚ ਪ੍ਰੀਤ ਮਾਰਗ ਦਾ ਇੱਕ ਅਨੁਭਵ ਸੁਚੇਤਗੀ ਦੇ ਬਾਰੇ ਦੱਸਦੇ ਹਨ। ਆਖਦੇ ਹਨ ਜਾਂ ਲੱਭ, ਜੇ ਹਿਰਦੇ ਵਿੱਚ ਲੋਭ ਹੈ, ਜੇ ਹਿਰਦੇ ਵਿੱਚ ਵਾਸਨਾ ਹੈ, ਕਾਮਨਾ ਹੈ, ਕਿਸੇ ਤਰ੍ਹਾਂ ਦੀ ਅਪੇਕਸ਼ਾ ਹੈ, ਉਮੀਦ ਹੈ, ਜਾਂ ਕਿਸੇ ਤਰ੍ਹਾਂ ਦੀਆਂ ਕੋਈ ਪਦਾਰਥਕ ਆਸਾਂ ਨੇ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਨਾ ਕੁਝ ਜੇ ਦਿਲ ਦੇ ਵਿੱਚ ਹੈ ਤਾਂ ਨਿਹੋ ਕਿਆ। ਫਿਰ ਪਿਆਰ ਕੀ ਹੋਇਆ, ਪ੍ਰੀਤ ਕੀ ਹੋਈ, ਸਨੇਹ ਕੀ ਹੋਇਆ। ਜੇ ਹਿਰਦੇ ਵਿੱਚ ਇੰਝ ਦਾ ਹੈ ਕਿ ਜਿਹਦੇ ਨਾਲ ਸਨੇਹ ਪੈਦਾ ਕਰ ਰਹੇ ਹਾਂ, ਪ੍ਰੀਤ ਪੈਦਾ ਕਰ ਰਹੇ ਹਾਂ, ਜੇ ਉਹਦੀ ਪ੍ਰੀਤ ਨਾਲ, ਉਹਦੇ ਨਾਲ ਪ੍ਰੀਤ ਪੈਦਾ ਕਰਨ ਦਾ ਮਤਲਬ ਹੈ ਕਿ ਉਹਦੇ ਤੋਂ ਕੋਈ ਵੱਡੀ ਉਮੀਦ ਹੈ, ਜਾਂ ਕੋਈ ਵੱਡੀ ਅਪੇਕਸ਼ਾ ਕਰ ਰਿਹਾ ਹੈ, ਜਾਂ ਉਹਦੇ ਪ੍ਰਤੀ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਲੋਭ ਜੁੜਿਆ ਹੋਇਆ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਇਹ ਪ੍ਰੀਤ ਕਾਹਦੀ ਹੋਈ। ਇਸ ਕਰਕੇ ਫਰੀਦਾ ਜਾਂ ਲੱਭ ਤਾਂ ਨਿਹੋ ਕਿਆ, ਜੇ ਹਿਰਦੇ ਵਿੱਚ ਲੱਭ ਹੈ ਫਿਰ ਪਿਆਰ ਨਹੀਂ ਹੋ ਸਕਦਾ। ਜੇ ਅੱਗੇ ਆਖਦੇ ਹਨ ਲੱਭ ਤਾਂ ਕੂੜਾ ਨਿਹੋ, ਪਹਿਲੀ ਗੱਲ ਤਾਂ ਪ੍ਰੀਤ ਵਿੱਚ ਇਹ ਕੁਝ ਹੋਣਾ ਨਹੀਂ ਚਾਹੀਦਾ। ਜੇ ਹੈਗਾ ਤਾਂ ਮਤਲਬ ਉਹਦਾ ਪ੍ਰੀਤ ਜਿਹੜੀ ਹੈ ਝੂਠੀ ਹੈ, ਕੂੜ ਹੈ। ਤਾਂ ਅੱਗੇ ਆਖਦੇ ਹਨ ਕਿੱਚਰ ਚੱਤ ਲੰਘਾਈ ਹੈ, ਕੋਈ ਛੱਪਰੀ ਆਦਿਕ ਜਿਹੜੀ ਕੁਟੀਆ ਆਦਿਕ ਬਣੀ ਹੁੰਦੀ ਹੈ, ਉਹ ਜੇ ਪਹਿਲਾਂ ਹੀ ਜਰਜਰੀ ਹੋਵੇ, ਭਾਵ ਕਿ ਕਾਨੇ ਆਦਿਕ ਚੰਗੀ ਤਰ੍ਹਾਂ ਨਾ ਬੰਨ੍ਹ ਕੇ ਉਹਦਾ ਸ਼ਤੀਰ ਬੰਨ੍ਹਿਆ ਹੋਵੇ, ਠੀਕ ਢੰਗ ਦੇ ਨਾਲ ਲੱਕੜਾਂ ਪੂਰੀਆਂ ਲਾ ਕੇ ਨਾ ਮਜ਼ਬੂਤ ਬਣਾਈ, ਉਹ ਪਹਿਲਾਂ ਹੀ ਮਾੜੀ ਹਾਲਤ ਵਿੱਚ ਹੋਵੇ, ਅਤੇ ਇੱਕ ਦੋ ਮੀਂਹ ਪੈਂਦਿਆਂ ਹੀ ਟੁੱਟ ਜਾਏਗੀ, ਗਰਕ ਹੋ ਜਾਏਗੀ, ਉਹਦੇ ਥੱਲੇ ਬੈਠੇ ਹੋਏ ਬੰਦੇ ਦੀ ਰੱਖਿਆ ਨਹੀਂ ਹੋ ਸਕੇਗੀ। ਇਹ ਬੜਾ ਗਹਿਰਾ ਸੂਤਰ ਹੈ ਜੀਵਨ ਦਾ। ਬਾਣੀ ਦੇ ਵਿੱਚ ਇੱਕ ਵਾਕ ਆਉਂਦੇ ਹਨ
ਮਨੁੱਖ ਆਮ ਕਰਕੇ ਅੱਜ ਫਿਤਰਤ ਬਣ ਗਈ ਹੈ, ਵਰਤਮਾਨ ਮਨੁੱਖ ਦੀ ਫਿਤਰਤ ਬਣ ਗਈ ਹੈ। ਜਿਵੇਂ ਦਾ ਕੰਮ ਹੈ ਉਵੇਂ ਦੇ ਬੰਦੇ ਲੱਭਣੇ ਸ਼ੁਰੂ ਕਰ ਦਿੰਦਾ ਹੈ। ਪਤਾ ਹੈ ਨਾ ਕਿ ਜੀਵਨ ਦੇ ਵਿੱਚ ਕੋਈ ਵਿਪਦਾ ਅੱਗੇ ਆ ਕੇ ਬਣਨ ਵਾਲੀ ਹੈ, ਮਹੀਨਾ ਕੁ ਪਹਿਲਾਂ ਪਤਾ ਲੱਗ ਜਾਏ, ਉਵੇਂ ਦੇ ਬੰਦੇ ਲੱਭਣੇ ਸ਼ੁਰੂ ਕਰ ਦਿੰਦਾ ਹੈ। ਅਸਲ ਕਈ ਵਾਰੀ ਮਨੁੱਖ ਦੇਖੀਦਾ ਹੈ ਕਿ ਕੱਲ੍ਹ ਤੇਰੇ ਦੋਸਤ ਹੋਰ ਸੀ, ਅੱਜ ਤੇਰੇ ਹੋਰ ਨੇ, ਪਰਸੋਂ ਹੋਰ ਨੇ, ਤਾਂ ਫਿਰ ਉਹ ਕਹਿਣਗੇ ਕਿ ਜਿਵੇਂ ਦੀ ਲੋੜ ਪੈਂਦੀ ਹੈ ਜੀ ਉਵੇਂ ਦੇ ਦੋਸਤ ਬਣਾ ਲਈਦੇ ਨੇ, ਅਤੇ ਬਾਣੀ 'ਚ ਇੱਕ ਵਾਕ ਆਉਂਦਾ, ਲੋਭ ਕਰਕੇ ਆਪਣੀ ਕਿਸੇ ਗਰਜ ਕਰਕੇ ਕਿਸੇ ਨਾਲ ਸੰਬੰਧ ਜੋੜਨਾ ਸਭ ਤੋਂ ਨੀਵੇਂ ਤਲ ਦਾ ਸੰਬੰਧ ਹੈ। ਬਾਣੀ 'ਚ ਵਾਕ ਹਨ, ਆਪਣੇ ਲੋਭ ਕੋ ਕੀਨੋ ਮੀਤ। ਜੀਵਨ ਦੇ ਵਿੱਚ ਲੋਭ ਪੈਦਾ ਹੋ ਗਿਆ, ਦੂਜੇ ਦੇ ਨਾਲ ਸਨੇਹ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ, ਉਹਦੇ ਜੀਵਨ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ, ਉਹਦਾ ਨੇੜੇ ਹੋਣਾ ਸ਼ੁਰੂ ਕਰ ਦਿੱਤਾ। ਇਹ ਤਾਂ ਫਿਰ ਪਸ਼ੂ ਵੀ ਸਮਝ ਲੈਂਦਾ ਹੈ। ਪਸ਼ੂ ਨੂੰ 4-5 ਦਿਨ 'ਚ ਕੋਈ ਚਾਰਾ ਦੇ ਦਿਓ, ਅਵਾਰਾ ਪਸ਼ੂਆਂ ਨੂੰ ਰੋਟੀ ਖਿਲਾ ਦਿਓ ਨਾ 4-5 ਦਿਨ ਹੱਥ 'ਚ ਪਕੜ ਕੇ, ਅਤੇ 5ਵੇਂ ਦਿਨ ਉਹ ਵੀ ਤੁਹਾਡੇ ਹੱਥ ਦੀ ਸ਼ੋਅ ਸਮਝਣ ਲੱਗ ਪੈਂਦਾ, ਅਤੇ ਹੱਥ ਭਾਵੇਂ ਉਂਝ ਹੀ ਹਿਲਾਈ ਉਹ ਵੀ ਨੇੜੇ ਆਉਣ ਲੱਗ ਪੈਂਦਾ। ਕੁੱਕਰ ਵੀ ਪ੍ਰੇਰਿਆ ਜਾਂਦਾ ਕਿਸੇ ਲੋਭ ਦੇ ਨਾਲ। ਅਤੇ ਜੇ ਮਨੁੱਖ ਨੂੰ ਵੀ ਅਸੀਂ ਲੋਭ ਕਰਕੇ ਉੱਤੋਂ ਦਿਖਾਵਾ ਪ੍ਰੀਤ ਦਾ ਬਣਾ ਕੇ ਭਰਮਾਉਣਾ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਇਹੋ ਜਿਹੀ ਪ੍ਰੀਤ ਜਿਹਦੇ ਅੰਦਰ ਲੋਭ ਹੈ, ਜਿਹਦੇ ਅੰਦਰ ਕੋਈ ਕਾਮਨਾ ਪਈ ਹੋਈ ਹੈ, ਕਹਿੰਦੇ ਜਾ ਲੱਭ ਧਾਨੇ ਹੋ ਗਿਆ, ਫਿਰ ਕੀ ਹੋ ਸਕਦਾ। ਇੱਕ ਸੁੰਦਰ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਬਾਬਾ ਫਰੀਦ ਸਾਹਿਬ ਜੀ ਦੇ ਪਾਸ ਇੱਕ ਉਹਨਾਂ ਦਾ ਕੋਈ ਮੁਰੀਦ ਆ ਗਿਆ, ਆ ਕੇ ਕਹਿਣ ਲੱਗਾ ਜੀ ਮੈਨੂੰ ਆਪਣੇ ਵਰਗਾ ਕਰ ਲਓ, ਮੈਂ ਤੁਹਾਡੇ ਵਰਗੇ ਜੀਵਨ ਦੇ ਮਾਰਗ 'ਤੇ ਚੱਲਣਾ ਚਾਹੁੰਦਾ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਅੱਛੀ ਗੱਲ ਹੈ, ਖੁਦਾ ਰਹਿਮਤ ਫਰਮਾਵੇ ਤੇਰਾ ਜੀਵਨ ਇਵੇਂ ਦਾ ਹੋ ਜਾਵੇ। ਹਾਂ, ਅਤੇ ਕਹਿਣ ਲੱਗੇ ਜੇ ਸਾਡੇ ਵਰਗਾ ਚੱਲਣਾ, ਸਾਡੇ ਕੁਝ ਦਿਸ਼ਾ ਨਿਰਦੇਸ਼ ਨੇ, ਇੰਨਾ ਸਮਾਂ ਬੰਦਗੀ ਕਰਨੀ, ਇੰਨਾ ਸਮਾਂ ਗੋਸ਼ਟ ਦੇ ਵਿੱਚ ਆ ਕੇ ਬਹਿਣਾ, ਸਮਾ ਜਿਵੇਂ ਸਾਡੇ ਕੀਰਤਨ ਹੁੰਦਾ ਉਹਨਾਂ 'ਚ ਸਮਾ ਹੁੰਦਾ ਕਵਾਲੀ, ਉਹਨਾਂ ਨੇ ਉੱਥੇ 10-12 ਨੂੰ ਕੰਮ ਦੱਸ ਦਿੱਤੇ ਕਿ ਜੇ ਤੂੰ ਸਾਡੇ ਵਰਗਾ ਹੋਣਾ ਚਾਹੁੰਦਾ। ਉਹਨਾਂ ਨੇ ਮਹੀਨਾ ਇੱਕ ਦੇਖਦੇ ਰਹੇ, ਉਹ ਨਾ ਤਾਂ ਸਮਾ ਦੇ ਵਿੱਚ ਆਇਆ ਕਰੇ, ਨਾ ਹੁਜਰੇ ਵਿੱਚ ਬੈਠ ਕੇ ਇਬਾਦਤ ਕਰਿਆ ਕਰੇ, ਨਾ ਉਹ ਨਮਾਜ਼ ਪੜ੍ਹਿਆ ਕਰੇ, ਨਾ ਸੇਵਾ ਕਰਿਆ ਕਰੇ, ਉਂਝ ਹੀ ਬਸ ਜੋ ਉਹਦੇ ਮਨ 'ਚ ਖਿਆਲ ਆਇਆ ਕਰੇ ਉਹ ਕਰੀ ਜਾਇਆ ਕਰੇ। ਤਾਂ ਬਾਅਦ ਦੇ ਵਿੱਚ ਜਦੋਂ ਮਹੀਨਾ ਬੀਤ ਗਿਆ, ਬਾਬਾ ਫਰੀਦ ਸਾਹਿਬ ਜੀ ਨੇ ਫਿਰ ਪਾਸ ਬੁਲਾਇਆ। ਕਹਿਣ ਲੱਗੇ ਜਿਸ ਦਿਨ ਤੂੰ ਸਾਡੇ ਪਾਸ ਆਇਆ ਕੀ ਖਿਆਲ ਲੈ ਕੇ ਆਇਆ? ਕਹਿਣ ਲੱਗਾ ਮੈਂ ਤੁਹਾਡੇ ਵਰਗਾ ਹੋਣਾ ਚਾਹੁੰਦਾ। ਅਤੇ ਕਹਿੰਦਾ ਅਸੀਂ ਤੁਹਾਨੂੰ ਆਪਣੇ ਵਰਗਾ ਜਾਂ ਮਾਲਕ ਦੇ ਭਗਤ ਵਰਗਾ ਹੋਣ ਦੇ ਸੂਤਰ ਦੱਸੇ ਸਨ, ਕਿਸੇ ਉੱਪਰ ਅਮਲ ਕੀਤਾ ਹੀ? ਕਹਿੰਦਾ ਨਹੀਂ। ਕਹਿਣ ਲੱਗੇ ਹੁਣ ਅੱਗੇ ਤੋਂ ਸੁਚੇਤ ਨਹੀਂ ਕਰਦਾ ਰਹੀ। ਮਹੀਨਾ ਫਿਰ ਬਤੀਤ ਹੋ ਗਿਆ, ਉਹਨੇ ਕੋਈ ਕਰਮ ਨਾ ਕੀਤਾ। ਫਿਰ ਬਾਬਾ ਫਰੀਦ ਸਾਹਿਬ ਜੀ ਨੇ ਕੋਲ ਸੱਦਿਆ ਤਾਂ ਕਹਿਣ ਲੱਗੇ ਕਿ ਮੈਂ ਤੇਰਾ ਅੰਦਰ ਦੇਖਿਆ ਹੈ, ਜਿਸ ਪਦਾਰਥ ਦੀ ਚਾਹਤ ਕਰਕੇ ਆਇਆ ਉਹ ਕਿਉਂ ਨਹੀਂ ਕਹਿੰਦਾ ਆਪਣੇ ਮੂੰਹ ਤੋਂ, ਜਿਸ ਚੀਜ਼ ਕਰਕੇ ਮੇਰੇ ਕੋਲੋਂ ਚੱਲ ਕੇ ਆਇਆ ਉਹ ਕਿਉਂ ਨਹੀਂ ਕਹਿੰਦਾ, ਉੱਤੋਂ ਇਹ ਝੂਠ ਕਿਉਂ ਬਣਾ ਰਿਹਾ ਕਿ ਮੈਂ ਤੁਹਾਡੇ ਵਰਗਾ ਹੋਣਾ ਚਾਹੁੰਦਾ ਹੈ। ਅੰਦਰ ਤੇਰੇ ਉਸ ਚੀਜ਼ ਦਾ ਲੋਭ ਹੈ ਕਿ ਬਾਬਾ ਫਰੀਦ ਸਾਹਿਬ ਜੀ ਦੇ ਦਰਬਾਰ 'ਤੇ ਸ਼ਾਹੀ ਲੋਕ ਸਜਦਾ ਕਰਦੇ ਨੇ, ਅਤੇ ਇਹਨਾਂ ਕੋਲੋਂ ਬੜਾ ਧਨ ਹੋਏਗਾ ਅਤੇ ਉਹ ਕਾਫੀ ਧਨ ਮੈਨੂੰ ਉਂਝ ਹੀ ਮਿਲ ਜਾਏ। ਕਹਿੰਦੇ ਅਸਲ 'ਚ ਤਾਂ ਇਹ ਭਾਵ ਲੈ ਕੇ ਆਇਆ, ਉੱਤੋਂ ਇਸ ਭਾਵ ਨੂੰ ਝੂਠ ਦੀ ਰੰਗਤ ਕਿਉਂ ਦੇ ਰਿਹਾ ਕਿ ਮੈਂ ਤੁਹਾਡੇ ਵਰਗਾ ਹੋਣਾ ਚਾਹੁੰਦਾ। ਵਰਤਮਾਨ ਦੇ ਵਿੱਚ ਧਰਮ ਦਾ ਸਿਲਸਿਲਾ ਇੰਝ ਹੀ ਚੱਲ ਰਿਹਾ। ਗੁਰੂ ਨੂੰ ਮੰਨ ਰਹੇ ਹਾਂ ਜਾਂ ਗੁਰਦੁਆਰ ਬੈਠ ਰਹੇ ਹਾਂ, ਆਪਣੇ ਕਰਕੇ ਬੈਠ ਰਹੇ ਹਾਂ, ਗੁਰੂ ਕਰਕੇ ਨਹੀਂ ਬੈਠ ਰਹੇ। ਹੁਣ ਕੁਦਰਤੀ ਹੈ ਜੇ ਗੁਰੂ ਕਰਕੇ ਬੈਠੇ ਹੋਈਏ ਤਾਂ ਸਾਨੂੰ ਗੁਰੂ ਦਾ, ਸਾਡਾ ਜੀਵਨ ਗੁਰੂ ਦੇ ਸ਼ਬਦ ਦੇ ਗਿਆਨ ਨਾਲ ਭਰਿਆ ਹੋਵੇ, ਸਾਨੂੰ ਪਰ ਸਿੱਖ ਇਤਿਹਾਸ ਦੀਆਂ 10 ਗੱਲਾਂ ਵੀ ਨਹੀਂ ਪਤਾ ਚੱਜ ਨਾਲ। ਕਿਉਂ? ਕਿਉਂਕਿ ਅਸੀਂ ਆਪਣੇ ਲੱਭ ਕਰਕੇ ਜੁੜੇ ਹੋਏ ਹਾਂ। ਲੱਭ ਦਾ ਭਾਵ ਹੈ ਕੋਈ ਨਾ ਕੋਈ ਕਾਮਨਾ ਹੈ। ਜਿਤਨਾ ਚਿਰ ਕਾਮਨਾ ਉਨਾ ਚਿਰ ਪ੍ਰੀਤ ਨਹੀਂ ਹੋ ਸਕਦੀ, ਕਿਉਂਕਿ ਕਾਮਨਾ ਵਾਲਾ ਪਹਿਲਾਂ ਹੀ ਕਿਸੇ ਢੰਗ ਨਾਲ ਵੱਜ ਚੁੱਕਾ, ਜਿਵੇਂ ਕੁਦਰਤੀ ਹੈ। ਇਹਦਾ ਸਰਲ ਜਿਹਾ ਇੱਕ ਨੁਕਤਾ ਪ੍ਰਗਟ ਕਰਦਿਆਂ, ਕਈ ਵਾਰੀ ਸਾਡੇ ਜੀਵਨ 'ਚ ਕਾਮਨਾ ਆ ਜਾਂਦੀ ਹੈ ਕਿਸੇ ਤਰ੍ਹਾਂ ਦੀ ਪਦਾਰਥਕ ਪ੍ਰਾਪਤੀ ਦੀ, ਤਾਂ ਧਰਮ ਦਾ ਉੱਚਾ ਨੇਮ ਹੈ। ਇੱਕ ਬੰਦਾ ਜਿਹੜਾ ਪ੍ਰੇਮ ਵਿੱਚ ਹੈ ਉਹ ਸਾਰਾ ਦਿਨ ਬਾਣੀ ਪੜ੍ਹਦਾ ਹੈ, ਇੱਕ ਜਿਹੜਾ ਕਾਮਨਾ ਦੇ ਵਿੱਚ ਹੈ ਉਹਨੇ 40 ਦਿਨ ਮਿੱਥ ਲਏ ਨੇ। ਬਸ ਜੀ ਆਪਣਾ ਕੰਮ ਸਿਰੇ ਚਾੜਨਾ, 40 ਦਿਨ ਪੂਰੀ ਦੱਬ ਕੇ ਪੜ੍ਹਾਂਗੇ। ਇਹਦਾ ਮਤਲਬ ਕੀ ਹੋਇਆ? ਇਹੋ ਜਿਹਾ ਕਰਮ ਫਿਰ ਜ਼ਿੰਦਗੀ 'ਚ ਠੀਕ ਹੈ ਫਲ ਮਿਲ ਜਾਂਦੇ ਹੋਣਗੇ ਲੋਕਾਂ ਨੂੰ, ਪਰ ਇਹਦੇ ਨਾਲ ਪ੍ਰੀਤ ਨਹੀਂ ਵਿਕਸਿਤ ਹੁੰਦੀ, ਬੰਦੇ ਦੀ ਅਧੂਰਾ ਰਹਿ ਜਾਂਦਾ। ਆਸਾ ਦੀ ਵਾਰ ਦੀ ਬਾਣੀ ਦੇ ਵਾਕ ਹਨ, ਆਸ ਕਿਹੇ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਆਹ ਦੁਨਿਆਵੀ ਪ੍ਰੀਤ ਦੀਆਂ ਪ੍ਰਮਾਣ ਸੁਣਦੇ ਹੋ ਨਾ ਆਪ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਵਾਰਾਂ ਦੇ ਵਿੱਚ ਅੰਕਿਤ ਕੀਤੇ ਹਨ। ਸੋਰਠ ਬੀਜਾ ਗਾਵੀਐ ਜਸ ਸੁਗੜਾ ਵਾਤੀ, ਮਹੀਵਾਲ ਨੂੰ ਸੋਹਣੈ ਨ ਤਰਦੈ ਰਾਤੀ, ਰਾਂਝਾ ਹੀਰ ਵਖਾਣੀਐ ਉਪਰਮ ਪਰਾਤੀ। ਇਸ ਕਰਕੇ ਵਾਕ ਆਉਂਦੇ ਹਨ।
ਉਹਨਾਂ ਦੇ ਵਿੱਚ ਕੀ ਉਹ ਕਿਉਂ ਜ਼ਿਕਰ ਹੁੰਦਾ ਹੁਣ ਤੱਕ ਉਹਨਾਂ ਦੇ ਵਿੱਚ ਠੀਕ ਰੂਪ ਦੇ ਵਿੱਚ, ਚਾਹੇ ਉਹ ਇੱਕ ਕੇਵਲ ਸਰੀਰਕ ਤਲ ਦੀਆਂ ਜਾਂ ਕੇਵਲ ਮਾਨਸਿਕ ਤਲ ਦੀਆਂ ਪ੍ਰੀਤਾਂ ਸੀ, ਪਰ ਉਹਦੇ ਵਿੱਚ ਵੀ ਇੱਕ ਵੱਡਾ ਸੀ ਕਿ ਪੂਰਾ ਦਾ ਪੂਰਾ ਸਮਰਪਣ ਪਿਆ ਹੋਇਆ ਸੀ। ਕਿਸੇ ਨੇ ਕਿਸੇ ਬਾਰੇ ਥਲ ਗਾਹ ਮਾਰੇ ਉਹਦੀ ਖੋਜ ਦੇ ਵਿੱਚ, ਕਿਸੇ ਨੇ ਉਹ ਰਾਤ ਨੂੰ ਨਦੀ ਤਰ ਕੇ ਜਾਣਾ ਕੱਚੇ ਘੜੇ 'ਤੇ, ਕਿੰਨੇ ਜ਼ਿਕਰ ਮਿਲਦੇ ਹਨ। ਤਾਂ ਸਾਡੇ ਦੁਨਿਆਵੀ ਪੱਧਰ ਦਾ ਕੀ, ਅਸੀਂ ਤਾਂ ਸਮੇਂ ਦੀ ਸੀਮਾ ਦਾ ਉਲੰਘਣ ਨਹੀਂ ਕਰ ਸਕਦੇ। ਸਮੇਂ ਦੀ ਸੀਮਾ ਸਤਾਉਣ ਲੱਗ ਪੈਂਦੀ ਕਿ ਇੰਨੇ ਕੁ ਵਜੇ ਸਮਾਪਤੀ ਹੋਣੀ ਸੀ, ਹੋਈ ਕਿਉਂ ਨਹੀਂ, ਦੇਰ ਕਿਉਂ ਹੋ ਰਹੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਜਾਂ ਲੱਭ ਤਾਂ ਨੇਹੋ ਕਿਆ, ਜਿੰਨਾ ਚਿਰ ਹਿਰਦੇ ਅੰਦਰ ਜਿਹੜੀ ਪ੍ਰੀਤ ਹੈ, ਪ੍ਰੀਤ ਦੀ ਜੀਵਨ ਦਾ ਹੀ ਕਰਮ ਹੋਰ ਹੁੰਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਾਂ ਲੱਭ। ਹੁਣ ਗੱਲ ਕੀ ਹੈ ਕਿ ਸਾਨੂੰ ਜਿਹੜੇ ਜੀਵਨ ਦੀਆਂ ਬਣੀਆਂ ਹੋਈਆਂ ਵਾਸਨਾਵਾਂ ਜਾਂ ਕਾਮਨਾਵਾਂ ਨੇ ਉਹ ਠੱਗਦੀਆਂ ਨੇ ਥਾਂ ਥਾਂ। ਅਰਦਾਸ ਦਾ ਮਤਲਬ ਹੈ ਪੂਰਨ ਸਮਰਪਣ ਹੋ ਜਾਣਾ। ਅਰਦਾਸ ਦਾ ਮਤਲਬ ਹੈ ਜਿਹਦੇ ਅੱਗੇ ਕਹਿ ਰਹੇ ਹਾਂ ਉਹ ਸਾਨੂੰ ਜਾਣਦਾ ਹੈ। ਅਰਦਾਸ ਦਾ ਮਤਲਬ ਹੈ ਕਿ ਉਹ ਐਡਾ ਵੱਡਾ ਹੈ ਅਕਾਲ ਪੁਰਖ ਸਿਰਜਣਹਾਰ ਕਿ ਸਾਡੇ ਸਰ ਜੀਵਨ ਦੀ ਹਾਲਤ ਨੂੰ ਜਾਣਦਾ ਹੈ, ਪਰ ਉਹਦੀ ਵੱਡੇ ਸਿਰਜਣਹਾਰ ਦੀ ਹਸਤੀ ਨੂੰ ਇੱਕ ਛੋਟੀ ਜਿਹੀ ਲੋੜ ਤੱਕ ਮਹਿਦੂਦ ਕਰ ਦਿੰਦੇ ਹਾਂ। ਤਾਂ ਇਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਅਸੀਂ ਬੜਾ ਵੱਡਾ ਕਰਮ ਕਰ ਲਿਆ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਫਰੀਦਾ ਜਾਂ ਲੱਭ ਤਾਂ ਨੇਹੋ ਕਿਆ। ਅੱਜ ਦੁਨੀਆ ਦੇ ਵਿੱਚ ਜਿਹੜੇ ਠੀਕ ਪ੍ਰੀਤਵਾਨ ਬੰਦੇ ਹਨ, ਉਹ ਦੁਨੀਆ ਦੇ ਵਿੱਚ ਚਾਹੇ ਉਹ ਧਾਰਮਿਕ ਤੌਰ 'ਤੇ ਨੇ, ਚਾਹੇ ਸਮਾਜਿਕ ਤੌਰ 'ਤੇ ਨੇ, ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ। ਕਿਉਂਕਿ ਹਰ ਕੋਈ ਪ੍ਰੀਤ ਜਿਹੜੀ ਹੈ ਉਹ ਅੱਗੇ ਜਾ ਕੇ ਦਾਮ ਵਿੱਚ ਫਸ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਕਲਯੁਗ ਦੀ ਸ਼ਨਾਖਤ ਹੀ ਐਸੀ ਕੀਤੀ ਹੈ, ਇਸਤਰੀ ਪੁਰਖ ਹੈ ਦਾਮ ਹਿਤ ਭਾਵੇਂ ਆਏ ਕਿ ਥਾਊ ਜਾਈ। ਕੋਈ ਮਤਲਬ ਨਹੀਂ ਹੈ ਜੀਵਨ ਦੇ ਵਿੱਚ ਕਿ ਉਹਦੇ ਕਿਰਦਾਰ ਦੇ ਨਾਲ, ਉਹਦੀ ਬੰਦਗੀ ਦੇ ਨਾਲ, ਉਹਦੇ ਜੀਵਨ ਦੀ ਅਧਿਆਤਮਿਕ ਪ੍ਰਤਿਭਾ ਦੇ ਨਾਲ ਨਿਭਿਆ ਜਾਵੇ। ਉਹਦੇ ਨਾਲ ਦਾਮ ਦਾ ਸੰਬੰਧ ਰੱਖਿਆ ਹੋਇਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਜਾਂ ਲੱਭ ਤਾਂ ਨੇਹੋ ਕਿਆ। ਹੁਣ ਗੱਲ ਕੀ ਕਿ ਇਹ ਚੀਜ਼ ਪ੍ਰਭਾਵਿਤ ਕਰਦੀ ਹੈ। ਹੁਣ ਕੁਦਰਤੀ ਹੈ, ਦੇਖੋ ਇਹਦੇ ਵਿੱਚ ਇੱਕ ਹੋਰ ਪੱਖ ਵੀ ਸਮਝਣ 'ਚ ਆ ਸਕਦਾ। ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ 'ਚ ਨਾ ਬੜੇ ਐਸੇ ਬਿਰਤਾਂਤ ਸੁਣਦੇ ਹਾਂ। ਜੀਵਨ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਵੇਲੇ ਭਾਈ ਆਦਮ ਜੀ ਦਾ ਜ਼ਿਕਰ ਹੁੰਦਾ। ਭਾਈ ਆਦਮ ਜੀ ਦੇ ਜੀਵਨ ਦੇ ਵਿੱਚ ਉਹਨਾਂ ਦੇ ਪੁੱਤਰ ਨਹੀਂ ਹੋਇਆ, ਪ੍ਰਾਪਤੀ ਲਈ ਬੜੇ ਯਤਨ ਕੀਤੇ ਉਹਨਾਂ। ਬਾਅਦ 'ਚ ਕਿਸੇ ਨੇ ਕਿਹਾ ਕਿ ਗੁਰੂ ਅਮਰ ਰਾਮਦਾਸਪੁਰ ਵਿਖੇ ਆਪਣਾ ਘਰ ਪਾਲੋ, ਉਹਨਾਂ ਦੀ ਸੇਵਾ 'ਚ ਰਹੋ। ਸੇਵਾ ਕਰਦੇ ਰਹੇ, ਚੱਲੇ ਸੀ ਕਾਮਨਾ ਨੂੰ ਲੈ ਕੇ ਕਿ ਸਾਨੂੰ ਪੁੱਤਰ ਪ੍ਰਾਪਤੀ ਹੋਵੇ। ਸੇਵਾ ਕਰਦਿਆਂ ਕਰਦਿਆਂ ਜੀਵਨ ਇੰਨਾ ਤਬਦੀਲ ਹੋ ਗਿਆ, ਅਧਿਆਤਮਿਕ ਅਵਸਥਾ ਇੰਨੀ ਉੱਚੀ ਹੋ ਗਈ। ਜਿਸ ਦਿਨ ਸੰਗਤਾਂ ਨੂੰ ਬਾਲਣ ਕਰਕੇ ਉਹਨਾਂ ਦੀ ਜਿਹੜੀ ਠੰਡਕ ਦੂਰ ਕੀਤੀ, ਸਾਰੀ ਸੰਗਤ ਦੀ ਸੇਵਾ ਕਰਕੇ ਗੁਰੂ ਨੂੰ ਪ੍ਰਸੰਨ ਕਰ ਲਿਆ, ਤਾਂ ਗੁਰੂ ਸਾਹਿਬ ਜੀ ਨੇ ਖੁਦ ਬੁਲਾ ਕੇ ਕਿਹਾ ਕਿ ਜੋ ਮੰਗਣਾ ਚਾਹੁੰਦੇ ਮੰਗੋ। ਅਤੇ ਉਹਨਾਂ ਪਹਿਲੀ ਦਫਾ ਕਿਹਾ ਸਾਨੂੰ ਕੋਈ ਲੋੜ ਨਹੀਂ। ਸ਼ੁਰੂ ਕੀਤਾ ਸੀ ਪੁੱਤਰ ਪ੍ਰਾਪਤੀ ਦੀ ਕਾਮਨਾ ਤੋਂ, ਜਦੋਂ ਕਿਰਪਾ ਦਾ ਮੌਕਾ ਆਇਆ ਉਦੋਂ ਕਹਿ ਦਿੱਤਾ ਸਾਨੂੰ ਕੋਈ ਕਾਮਨਾ ਨਹੀਂ। ਪਰ ਫਿਰ ਵੀ ਸਤਿਗੁਰੂ ਜਾਣਦੇ ਸਨ। ਉਹਨਾਂ ਕਿਹਾ ਆਪਣੇ ਘਰੋਂ ਸਲਾਹ ਕਰਕੇ ਆਇਓ। ਘਰ ਸਲਾਹ ਕਹੇ ਤਾਂ ਪਤਨੀ ਨੇ ਕਿਹਾ ਕਿ ਨਹੀਂ, ਸਾਨੂੰ ਅਰਜ਼ ਕਰਨੀ ਚਾਹੀਦੀ। ਗੁਰੂ ਸਾਹਿਬ ਨੇ ਜਾਣਿਆ ਕਿ ਇਹਨਾਂ ਦੇ ਜੀਵਨ ਦੇ ਵਿੱਚ ਉਹ ਮਾਲਕ ਦੀ ਕਿਰਪਾ ਦਾ ਅੰਸ਼ ਹੀ ਹੈ ਨਹੀਂ ਕਿ ਇਹਨਾਂ ਦੇ ਘਰੇ ਸੰਤਾਨ ਉਤਪੱਤੀ ਹੋ ਸਕੇ। ਗੁਰੂ ਸਾਹਿਬ ਜੀ ਨੇ ਆਪਣੇ ਅਧਿਆਤਮਿਕ ਅਜ਼ਮਤ ਦੇ ਨਾਲ ਉਹਨਾਂ ਨੂੰ ਫਿਰ ਵੀ ਇੱਕ ਪੁੱਤਰ ਦੀ ਬਖਸ਼ਿਸ਼ ਕੀਤੀ। ਠੀਕ ਹੈ, ਕਾਮਨਾਵਾਂ ਦੇ ਵਿੱਚ ਜੀਵਨ ਰਹਿਣਾ, ਇਹ ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਹੈਗਾ ਕਿ ਕਾਮਨਾ ਤੋਂ ਜੀਵਨ ਬਿਲਕੁਲ ਮੁਕਤ ਹੋ ਜਾਏ, ਜਾਂ ਆਸ ਤੋਂ ਬੰਦਾ ਜੀਵਨ ਛੱਡ ਦੇ, ਜਾਂ ਉਮੀਦ ਤੋਂ ਵਿਹੂਣਾ ਹੋ ਜਾਏ, ਜਾਂ ਕੋਈ ਅਪੇਕਸ਼ਾ ਨਾ ਲਾਵੇ ਕਿਸੇ ਤੋਂ। ਇਹ ਇੱਕ ਜੀਵਨ ਦਾ ਆਮ ਪੱਧਰ ਹੈ। ਪਰ ਜਦੋਂ ਇਹਨੂੰ ਪ੍ਰੀਤ ਦੇ ਵਿੱਚ ਪਾ ਲਈਏ ਅਤੇ ਪ੍ਰੀਤ ਦੀ ਜਦੋਂ ਉਚਾਈ ਕਮਾ ਲਈਏ, ਫਿਰ ਇਹ ਸਾਰੀਆਂ ਚੀਜ਼ਾਂ ਛੋਟੀਆਂ ਹੋ ਜਾਂਦੀਆਂ ਨੇ। ਉਂਝ ਅਸੀਂ ਇਹਨਾਂ ਮਗਰ ਭੱਜਦੇ ਹਾਂ, ਪਰ ਜੇ ਪ੍ਰੀਤ ਦੀ ਉੱਚਤਾ ਨੂੰ ਕਮਾ ਲਈਏ ਤਾਂ ਚੀਜ਼ਾਂ ਸਹਿਜੇ ਹੀ ਮਿਲ ਜਾਂਦੀਆਂ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਜਾਂ ਲੱਭ ਤਾਂ ਨੇਹੋ ਕਿਆ। ਹੁਣ ਕੁਦਰਤੀ ਹੈ, ਕਈ ਵਾਰੀ ਦੇਖੀਦਾ ਸਰੀਰਕ ਤੰਦਰੁਸਤੀ ਦੀ ਗੱਲ ਹੈ। ਇੱਕ ਵਾਰੀ ਕਿਹਾ ਜੀ ਸਾਨੂੰ ਨਾ ਬਾਣੀ ਬੜੀ ਪੜ੍ਹਦੇ ਹਾਂ, ਸਾਨੂੰ ਨਾ ਸਰੀਰਕ ਜਿਹੜੀ ਆ ਅਰੋਗਤਾ ਨਹੀਂ ਮਿਲਦੀ। ਤਾਂ ਮੈਂ ਕਿਹਾ ਜੀ ਇਹ ਹੋ ਗਿਆ ਤੁਹਾਡਾ ਬਾਣੀ ਦੇ ਸੰਬੰਧ ਦੇ ਵਿੱਚ ਇਤਰਾਜ਼ ਕਿ ਬੜੀ ਬਾਣੀ ਪੜ੍ਹਦੇ ਹਾਂ, ਅਰੋਗਤਾ ਨਹੀਂ ਮਿਲਦੀ। ਦੁਨੀਆ ਦੇ ਵਿੱਚ ਜਿੰਨੇ ਲੋਕ ਡਾਕਟਰ ਕੋਲੋਂ ਜਾ ਰਹੇ ਨੇ, ਯਕੀਨਨ 90% ਇਸ ਸਿੱਟੇ 'ਤੇ ਪਹੁੰਚਦੇ ਨੇ ਕਿ ਡਾਕਟਰ ਦੀ ਹਜ਼ਾਰਾਂ ਰੁਪਏ ਦੀ ਦਵਾਈ ਨੇ 10 ਰੁਪਏ ਦਾ ਲਾਭ ਵੀ ਨਹੀਂ ਪਹੁੰਚਾਇਆ। ਕਦੀ ਡਾਕਟਰ ਦੇ ਨਾਲ ਜਾ ਕੇ ਇਤਰਾਜ਼ ਸਾਂਝਾ ਕੀਤਾ ਕਿ 6 ਮਹੀਨੇ ਹੋ ਗਿਆ ਤੁਹਾਡੇ ਕੋਲੋਂ ਦਵਾਈ ਖਾ ਰਿਹਾ, ਕੋਈ ਆਰਾਮ ਨਹੀਂ ਹੈ। ਜਾਂ ਕਦੀ ਕੋਈ ਕੋਰਟ ਦੇ ਵਿੱਚ ਮੁਕੱਦਮਾ ਗਿਆ ਇਸ ਤਰ੍ਹਾਂ ਦਾ ਕਿ 2 ਸਾਲ ਹੋ ਗਏ ਦਵਾਈ ਖਾਂਦੇ ਨੂੰ, ਕੋਈ ਫਰਕ ਨਹੀਂ ਪਿਆ।
ਕੋਈ ਰਿਪੋਰਟਾਂ ਪੇਸ਼ ਕਰਕੇ ਕਦੀ ਕਿਸੇ ਨੇ ਦਾਅਵਾ ਕੀਤਾ ਇੰਝ ਦਾ ਕਿ ਪ੍ਰਸ਼ਨ ਅਸਫਲ ਰਹਿ ਗਿਆ ਜੀ, ਮੈਨੂੰ ਕਲੇਮ ਕਰੋ ਇਹਦੇ 'ਤੇ? ਕਦੀ ਨਹੀਂ ਕੀਤਾ। ਇਸ ਕਰਕੇ ਅਸੀਂ ਪੂਰੇ ਦੇ ਪੂਰੇ ਦੁਨਿਆਵੀ ਚੱਲਦੇ ਹਾਂ, ਪੂਰੇ ਦੇ ਪੂਰੇ ਦੁਨਿਆਵੀ ਚੱਲਦੇ ਹਾਂ। ਕਾਰਨ ਕੀ ਹੈ? ਅਸੀਂ ਪਾਠ ਨੂੰ ਵੀ ਦੁਨਿਆਵੀ ਬਣਾ ਲੈਂਦੇ ਹਾਂ। ਕੁਦਰਤੀ ਹੈ, ਹੁਣ ਜੀਵਨ ਦੇ ਵਿੱਚ ਕਈ ਵਾਰੀ ਦੇਖੀਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਜਾਂ ਲੱਭ ਤਾਂ ਨੇਹੋ ਕਿਆ। ਜੇ ਜੀਵਨ ਦੇ ਵਿੱਚ ਜੇ ਲੋਭ ਪ੍ਰਮੁੱਖ ਹੋ ਜਾਂਦਾ ਫਿਰ ਪ੍ਰੀਤ ਨਹੀਂ ਹੋ ਸਕਦੀ। ਫਿਰ ਹੁਣ ਕੁਦਰਤੀ ਹੈ, ਲੱਭ ਮੰਗਦਾ ਹੀ ਮੰਗਦਾ, ਸਾਰੀ ਜ਼ਿੰਦਗੀ ਮੰਗੀ ਜਾਏਗਾ। ਪ੍ਰੀਤ ਜਿਹੜੀ ਹੈ ਉਹ ਦਿੰਦੀ ਜਾਏਗੀ, ਚੱਲੀ ਜਾਏ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਪ੍ਰੇਮ ਕੀਤਾ ਨਾ, ਪ੍ਰੀਤ ਕੀਤੀ ਹੈ ਮਾਲਕ ਦੀ ਖਲਕਤ ਨੂੰ, ਦਿੱਤਾ ਹੀ ਹੈ ਸਾਰੀ ਜ਼ਿੰਦਗੀ। ਜੇ ਬਚਪਨ ਵਿੱਚ ਸੀ ਤਾਂ ਆਪਣੇ ਘਰ ਦੀਆਂ ਵਸਤਾਂ ਬਾਹਰ ਲੋੜਵੰਦਾਂ ਨੂੰ ਦੇ ਆਉਂਦੇ ਸਨ। ਜੇ 20 ਰੁਪਏ ਦਾ ਸੌਦਾ ਕਰਨ ਲਈ ਭੇਜਿਆ ਤਾਂ ਉੱਤਮ ਪੁਰਖਾਂ ਨੂੰ ਲੰਗਰ ਛਕਾਏ। ਜੇ ਜੀਵਨ ਦੇ ਵਿੱਚ ਮੋਦੀਖਾਨੇ ਦੀ ਕਾਰ ਦਿੱਤੀ ਤਾਂ ਕੀ ਕੀਤਾ? ਉਹ ਜਿੰਨਾ ਆਪਣਾ ਰੋਜ਼ੀਨਾ ਮਿਲਦਾ ਸੀ ਜਾਂ ਜਿਤਨੀ ਵੀ ਲੋੜਵੰਦਾਂ ਨੂੰ ਵੰਡੀ। ਜੇ ਉਦਾਸੀਆਂ ਕੀਤੀਆਂ ਤਾਂ ਗਿਆਨ ਦੇ ਨਾਲ ਹਰੇਕ ਦੇ ਜੀਵਨ ਨੂੰ ਸਵਾਰਿਆ, ਖੁਦ ਜਿਹੜੇ ਸਨ ਜੀਵਨ ਦੇ ਵਿੱਚ ਔਖੇ ਕਦਮ ਝਾਲ ਕੇ। ਜੇ ਕਰਤਾਰਪੁਰ ਸਾਹਿਬ ਵਸਾਇਆ, 18 ਸਾਲ ਖੇਤੀ ਦੀ ਉੱਤਮ ਕਿਰਤ ਕੀਤੀ, ਤਾਂ ਗੁਰੂ ਸਾਹਿਬ ਜੀ ਨੇ ਉਹ ਸਾਰੀ ਵਸਤ ਜਿਹੜੀ ਗੁਰੂ ਕੇ ਲੰਗਰ ਵਿੱਚ ਪਾ ਕੇ ਲੰਗਰ ਦੀ ਸੰਸਥਾ ਨੂੰ ਮਜ਼ਬੂਤ ਕੀਤਾ। ਲੱਭ ਤਾਂ ਨੇਹੋ ਕਿਆ। ਜਿਹੜੀ ਪ੍ਰੀਤ ਹੈ ਉਹ ਗਿਣਤੀਆਂ ਮਿਣਤੀਆਂ 'ਚ ਨਹੀਂ ਪੈਂਦੀ। ਇੱਥੇ ਤਾਂ ਅਸੀਂ ਭੇਟਾ ਰੱਖਣ ਦੇ ਨੁਕਤੇ ਤੋਂ ਵੀ ਗਿਣਤੀ ਮਿਣਤੀ 'ਚ ਪੈ ਜਾਂਦੇ। ਹੁਣ ਇੱਕ ਦਫਾ ਕਿਸੇ ਨੇ ਕਿਹਾ, ਜੀ ਜਦੋਂ ਇਹ ਇਸ ਤਰ੍ਹਾਂ ਦੇ ਲੋਕ ਇਤਰਾਜ਼ ਕਰਦੇ ਨੇ, ਇਹ ਕਿਉਂ ਕਰਦੇ ਨੇ? ਮੈਂ ਕਿਹਾ ਕਾਰਨ ਇਹ ਹੈ ਕਿ ਪ੍ਰੀਤ ਨਹੀਂ ਹੈ, ਲੋਕਾਚਾਰੀ ਦੇ ਮਾਰੇ ਕਰ ਰਹੇ ਨੇ। ਵਿਆਹ ਨੂੰ ਸਿੱਧਾ ਡੀਜੇ ਵਜਾ ਕੇ ਸ਼ੁਰੂ ਕਰਨਗੇ, ਲੋਕਾਂ ਦੇ ਵਿੱਚ ਨਿੰਦਿਆ ਹੋਏਗੀ। ਥੋੜ੍ਹਾ ਧਰਮੀ ਦਾ ਦਿਖਾਵਾ ਕਰਨਾ, ਭਾਵੇਂ ਛੋਟਾ ਰਖਾਉਣਗੇ ਜ਼ਰੂਰ, ਅੰਦਰੋਂ ਕੋਈ ਵਿਸ਼ਵਾਸ ਨਹੀਂ ਹੈ। ਇਹ ਇੱਕ ਜਿਹੜਾ ਮੱਧ ਵਰਗੀ ਬੰਦਾ ਹੁੰਦਾ ਹੈ, ਉਹਨੂੰ ਥੋੜ੍ਹਾ ਬਹੁਤਾ ਵਿਸ਼ਵਾਸ ਹੁੰਦਾ ਕਿ ਮੇਰੇ ਕਿਸੇ ਕਾਰਜ ਵਿੱਚ ਘਾਟ ਵਾਪਰ ਜਾਣੀ ਹੈ ਤਾਂ ਮੈਂ ਸਤਿਗੁਰੂ ਦੇ ਪਹਿਲਾਂ ਜਿਹੜੇ ਹਨ ਥੋੜ੍ਹੇ ਉਹਨਾਂ ਦੇ ਚਰਨ ਪਰਸ ਲਵਾਂ। ਜਿਹੜਾ ਅਲੀਟ ਜਾਂ ਰਾਇਲ ਬੰਦਾ ਉਹਦੇ 'ਚ ਕਿੱਥੇ ਹੁੰਦਾ? ਉਹਨੂੰ ਤਾਂ ਆਪਣੀ ਵਸੀਲਿਆਂ 'ਤੇ ਇੰਨਾ ਗੁਮਾਨ ਹੁੰਦਾ ਹੈ। ਉਹ ਇਸ ਗੱਲ ਦੀ, ਉਹਦੇ ਘਰੇ ਮਹਾਰਾਜ ਦਾ ਪਾਠ ਰੱਖਿਆ ਹੁੰਦਾ ਹੈ, ਉਹ ਚਿੰਤਾ ਕਿਸੇ ਪਦਾਰਥ ਦੀ ਬਣਦੀ ਕਰ ਰਿਹਾ ਹੁੰਦਾ ਹਲਵਾਈ ਦੇ ਨਾਲ। ਉਸ ਚੀਜ਼ ਬਾਰੇ ਇਹ ਸੋਚ ਨਹੀਂ ਰਿਹਾ ਕਿ 8 ਦਿਨ ਜਾਂ 3 ਦਿਨ ਸਾਡੇ ਘਰ ਬਾਣੀ ਦਾ ਪ੍ਰਵਾਹ ਚੱਲਣਾ ਹੈ। ਲੱਭ ਤਾਂ ਨੇਹੋ ਕਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਲੱਭ ਹੈ ਤਾਂ ਕਰਕੇ ਅੱਜ ਪ੍ਰੀਤ ਘਟਦੀ ਜਾ ਰਹੀ ਹੈ। ਹੈਰਾਨਗੀ ਆਉਂਦੀ, ਇੱਥੇ ਬੜੇ ਇਸ ਤਰ੍ਹਾਂ ਦੇ ਅਨੁਭਵ ਦੇਖੇ ਨੇ। ਤਾਂ ਕੁਦਰਤੀ ਮੈਂ ਪਿਛਲੇ ਸਾਲਾਂ 'ਚ ਇੱਕ ਗੱਲ ਅਕਸਰ ਕਹਿਣੀ ਸ਼ੁਰੂ ਕਰ ਦਿੱਤੀ ਹੈ ਕਿ ਥੋੜ੍ਹਾ ਸਪਸ਼ਟ ਹੋ ਕੇ ਚੱਲੀਏ। ਜਦੋਂ ਸਾਨੂੰ ਕਿਤੇ ਸਾਡੇ ਜੀਵਨ ਦੀ ਕੋਈ ਲੱਛਣ ਬਿਆਨ ਹੀ ਨਹੀਂ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਿਰਮੌਰ ਮੰਨਦੇ ਹਾਂ ਜਾਂ ਉਹਦੇ ਪ੍ਰਤੀ ਸਾਡਾ ਵਿਸ਼ਵਾਸ ਹੈ ਜਾਂ ਪ੍ਰੀਤ ਹੈ ਜਾਂ ਵੱਡਾ ਅਦਬ ਹੈ, ਜਦੋਂ ਸਾਡੇ ਜੀਵਨ ਦਾ ਕੋਈ ਲੱਛਣ ਇਸ ਗੱਲ ਨੂੰ ਪ੍ਰਗਟ ਹੀ ਨਹੀਂ ਕਰਦਾ ਤਾਂ ਅਸੀਂ ਇਹ ਦਿਖਾਵੇ 'ਚ ਕਿਉਂ ਪੈਣਾ? ਸਾਨੂੰ ਕਿਸੇ ਨੇ ਕਾਨੂੰਨੀ ਤੌਰ 'ਤੇ ਬੰਨ੍ਹਿਆ ਤਾਂ ਹੋਇਆ ਨਹੀਂ ਹੈ, ਸਾਨੂੰ ਕਿਸੇ ਨੇ ਬੰਨ੍ਹਿਆ ਨਹੀਂ। ਛੱਡ ਦਿਓ, ਘੱਟੋ ਘੱਟ ਸਪਸ਼ਟ ਚੱਲੋ। ਕੋਈ ਨਾ 2 ਦਿਨ ਲੋਕ ਨਾਸਤਕ ਕਹਿ ਦੇਣਗੇ, ਵੈਸੇ ਵੀ ਜਦੋਂ ਅੰਦਰੋਂ ਨਾਸਤਕ ਹੋ ਗਏ ਆ, ਅੰਦਰੋਂ ਬੇਪ੍ਰਤੀਤੇ ਹੋ ਗਏ ਅਤੇ ਬਾਹਰੋਂ ਇਸਤਰੀਆਂ ਪ੍ਰੀਤਾਂ ਜਤਾਉਣ ਦਾ ਮਤਲਬ ਕੀ ਹੈ? ਇਸ ਤਰ੍ਹਾਂ ਦਾ ਭਾਵ ਕੀ ਹੈ? ਬਾਬਾ ਫਰੀਦ ਸਾਹਿਬ ਜੀ ਆਖਦੇ, ਜਾਂ ਲੱਭ ਤਾਂ ਨੇਹੋ ਕਿਆ। ਇਸੇ ਕਰਕੇ ਬੰਦਾ ਧਰਮ ਦੀਆਂ ਉੱਚੀਆਂ ਚੀਜ਼ਾਂ ਦਾ ਪ੍ਰਯੋਗ ਵੀ ਆਪਣੇ ਲੱਭ ਲਈ ਕਰਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਜਾਂ ਲੱਭ ਤਾਂ ਨੇਹੋ ਕਿਆ। ਲੱਭ ਤਾਂ ਕੂੜਾ ਨੇਹੋ ਕਿੱਚਰ ਝੱਤ ਲੰਘਾਈ ਹੈ। ਕਿ ਜਿਹੜੀ ਪ੍ਰੀਤ ਹੈ ਇਹਦੇ ਉੱਪਰ ਜਿੱਦਣ ਕੋਈ ਬਿਪਤਾ ਬਣ ਜਾਏ ਇਹ ਪੂਰੀ ਨਿਭ ਜਾਂਦੀ ਹੈ। ਸਤਿਗੁਰੂ ਦੇ ਗੁਰਸਿੱਖਾਂ ਦੀ ਗੁਰੂ ਸਾਹਿਬ ਜੀ ਨਾਲ ਪ੍ਰੀਤ ਸੀ। ਜਿੱਦਣ ਸਤਿਗੁਰੂ ਦੀ ਪ੍ਰੀਤ ਦਾ ਸਿਖਰ ਉਹਨੂੰ ਕਮਾਉਣ ਦਾ ਮੌਕਾ ਆਇਆ, ਉਹ ਪੂਰੀ ਨਿਭ ਗਈ। ਭਾਵ ਕਿ ਚਾਹੇ ਭਾਈ ਮਤੀ ਦਾਸ, ਸਤੀ ਦਾਸ ਜੀ ਵਰਗੇ ਸਨ, ਭਾਈ ਮਨੀ ਸਿੰਘ ਜੀ ਵਰਗੇ ਸਨ, ਉਹਨਾਂ ਨੇ ਸਾਬਤ ਕਰ ਦਿੱਤਾ ਕਿ ਵਾਕਿਆ ਸਾਡੇ ਹਿਰਦੇ ਅੰਦਰ ਸਤਿਗੁਰੂ ਦੀ ਪ੍ਰੀਤ ਦਾ ਦੀਪਕ ਜਗਦਾ ਸੀ। ਜਿਹੜੇ ਕੇਵਲ ਬਾਹਰੀ ਤੌਰ 'ਤੇ ਜੁੜੇ ਸਨ ਕਿ ਉਂਝ ਨਾਮ ਦੇ ਹੀ ਸਿੱਖ ਸਨ, ਉਹ ਫਿਰ ਭੱਜਦੇ ਗਏ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਕਿੱਚਰ ਝੱਤ ਲੰਘਾਈ ਹੈ। ਜਿਹੜੀ ਪ੍ਰੀਤ ਹੈ ਇਹ ਇੱਥੋਂ ਤੱਕ ਜਿਹੜੇ ਸੰਬੰਧ ਰਹਿਣੇ ਨੇ, ਸਭ ਤੋਂ ਨਿਮਨ ਕਿਸਮ ਦੇ ਸੰਬੰਧ ਹਨ। ਛੱਪਰ ਟੁੱਟੈ ਮੇਹੋ, ਜਿਵੇਂ ਮੀਂਹ ਪਿਆ ਛੱਪਰ ਟੁੱਟ ਜਾਂਦਾ ਹੈ ਉਹ ਬਣਾਈ ਹੋਈ ਕੁਟੀਆ ਦੀ, ਇੰਝ ਹੀ ਜਦੋਂ ਜੀਵਨ ਦੇ ਵਿੱਚ, ਹੁਣ ਦੇਖੋ ਸਾਨੂੰ ਪ੍ਰੀਤ ਕਿੱਡੀ ਵੱਡੀ ਸਿਖਾਈ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਈਡੀਆ ਨੂੰ ਵੀ ਤਬਦੀਲ ਕਰ ਲਿਆ। ਕਈ ਵਾਰੀ ਕੁਦਰਤੀ ਕੱਲ੍ਹ ਕਿਸੇ ਗੱਲ ਨੂੰ ਵਾਚ ਰਿਹਾ ਸਾਂ ਕਿ ਸੁਖਮਨੀ ਸਾਹਿਬ ਦੀ ਬਾਣੀ 'ਚ ਵਾਕ ਆਉਂਦੇ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਪਰ ਇਹਦਾ ਪ੍ਰਯੋਜਨ ਕੀ ਬਣਾ ਲਿਆ ਅੱਜ ਦੇ ਸਮੇਂ ਦੇ ਵਿੱਚ ਕਿ ਜੀ ਸੁੱਖਾਂ ਦੀ ਮਣੀ। ਫਿਰ ਉਹਦੇ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਵਾਕ ਆਉਂਦੇ ਹਨ ਐਸੇ ਕਈ ਜਿਹੜੇ ਸਾਨੂੰ ਸਮ ਹੋਣ ਦੇ ਲਈ ਕਹਿ ਰਹੇ ਹਨ।
ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਾਂ ਸਾਨੂੰ ਪ੍ਰੀਤ ਦੇ ਵਿੱਚ ਢਲਿਆ ਹੋਇਆ ਜੀਵਨ ਇਹ ਦੱਸਿਆ ਕਿ ਜੇ ਸੁਖ ਦੇਹੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੈ ਧਿਆਈ। ਅਸੀਂ ਤਾਂ ਉਹਦੇ ਆਈਡੀਆ ਨੂੰ ਤਬਦੀਲ ਕਰਨ 'ਤੇ ਲੱਗੇ ਹੋਏ ਹਾਂ। ਸਾਡਾ ਜੀਵਨ ਕਿੱਥੇ ਪ੍ਰੀਤ ਵਿੱਚ ਢਲ ਜਾਏਗਾ। ਬੜੇ ਕਿਉਂਕਿ ਐਨਾਲਿਸਿਸ ਕਰਦਾ ਰਹਿੰਦਾ ਮੈਂ, ਬਹੁਤ ਵਾਰੀ ਨਹੀਂ ਅਰਜ਼ ਕਰਦਾ, ਦੇਖ ਰਿਹਾ ਕਿ ਕੁਦਰਤੀ ਹੈ। ਬਾਣੀ ਦੇ ਵਿੱਚ ਆਉਂਦਾ ਸਗਲੇ ਦੁੱਖ ਅੰਮ੍ਰਿਤ ਕਰ ਪੀਵੈ ਫਿਰ ਬਾਹੜ ਭੂਖ ਨਾ ਲਾਏਂਦਾ। ਕਿ ਗੁਰੂ ਨਾਨਕ ਸਾਹਿਬ ਜੀ ਬਾਰੇ ਆਉਂਦੇ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਜਾਂ ਬਾਣੀ 'ਚ ਵਾਕ ਪੜ੍ਹਦੇ ਦੁੱਖ ਦਾਰੂ ਸੁਖ ਰੋਗ ਪਿਆ। ਇਹ ਕੁਝ ਹੁੰਦਿਆਂ ਹੋਇਆਂ ਵੀ ਦੁੱਖ ਦੀ ਰਿਜੈਕਸ਼ਨ ਹੈ ਸਾਡੇ ਜੀਵਨ ਦੇ ਵਿੱਚੋਂ, ਜਾਂ ਦੁੱਖ ਦੇ ਪ੍ਰਤੀ ਘ੍ਰਿਣਾ ਹੈ, ਜਾਂ ਦੁੱਖ ਦੇ ਪ੍ਰਤੀ ਅਸੀਂ ਉਵੇਂ ਦੇ ਪੂਰੇ ਜਿਹੜੇ ਹਨ ਤਿਆਰ ਨਹੀਂ ਹਾਂ। ਇਹਦਾ ਮਤਲਬ ਹੈ ਕਿ ਅਸੀਂ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਈਡੀਆ ਨੂੰ ਕਿਵੇਂ ਸਮਝ ਲਵਾਂਗੇ ਜਦੋਂ ਉਹ ਆਖਦੇ ਹਨ ਤੇਰਾ ਕੀਆ ਮੀਠਾ ਲੱਗੈ। ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖਣਾ, ਬਾਣੀ ਦੇ ਵਿੱਚੋਂ ਇਹ ਸਾਨੂੰ ਪ੍ਰਮਾਣ ਮਿਲਦਾ। ਦੁੱਖ ਦੇ ਵਿੱਚੋਂ ਬਣਿਆ ਹੋਇਆ ਜਿਹੜਾ ਅਨੁਭਵ ਹੈ ਉਹ ਸਦੀਵ ਰਹਿੰਦਾ। ਕੁਦਰਤੀ ਹੈ। ਹੁਣ ਮਾਤਾ ਸਾਰੀ ਜ਼ਿੰਦਗੀ ਪੁੱਤਰ ਦਾ ਮੋਹ ਕਿਉਂ ਕਰਦੀ ਹੈ, ਚਿੰਤਾ ਕਿਉਂ ਕਰਦੀ ਹੈ? ਉਹਨੇ ਉਹਦੀ ਪ੍ਰਸੂਤ ਦੀ ਪੀੜਾ ਨੂੰ ਮੌਤ ਵਾਂਗ ਜਰਿਆ ਹੋਇਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਾਂ ਲੱਭ ਤਾਂ ਨੇਹੋ ਕਿਆ। ਜਦੋਂ ਇਸ ਕਰਕੇ ਜਦੋਂ ਅਸੀਂ ਦੁੱਖ ਦੇ ਅਨੁਭਵ ਨੂੰ ਪੂਰਾ ਹੰਡਾਉਣ ਤੋਂ ਬਿਨਾਂ ਰਿਜੈਕਸ਼ਨ ਦੇ ਵਿੱਚ ਜਾਂ ਉਹਨੂੰ ਨੈਗਲੈਕਟ ਕਰਨ ਦੇ ਵਿੱਚ ਪਾ ਦਿੰਦੇ ਹਾਂ, ਫਿਰ ਸਾਡੀ ਪ੍ਰੀਤ ਨਹੀਂ ਬਣਦੀ। ਹੁਣ ਕੁਦਰਤੀ ਹੈ, ਕਈ ਵਾਰੀ ਦੁਨੀਆ ਦੀ ਸੰਸਾਰਿਕ ਤਲ ਦੀ ਗੱਲ ਕਰ ਲਈ, ਜਿਨ੍ਹਾਂ ਨਾਲ ਪ੍ਰੀਤ ਹੈ ਅੱਗੋਂ ਉਹਦਾ ਪੂਰਾ ਜਵਾਬ ਨਹੀਂ ਦਿੰਦੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਪਤੰਗੇ ਦੀ ਰੌਸ਼ਨੀ ਦੇ ਨਾਲ ਪ੍ਰੀਤ ਆ, ਉਹ ਵਿਚਾਰਾ ਪਰ ਮਾਰਦਾ ਹੈ ਆਪਣੀ ਉਹਦੇ 'ਤੇ ਰੌਸ਼ਨੀ ਉੱਪਰ, ਪਰ ਰੌਸ਼ਨੀ ਉਹਦੀ ਕਦਰ ਨਹੀਂ ਪਾਉਂਦੀ, ਉਹ ਅੱਗੋਂ ਉਹਦੇ ਪੰਖ ਸਾੜ ਦਿੰਦੀ ਹੈ, ਵਿਚਾਰਾ ਡਿੱਗ ਕੇ ਮਰ ਜਾਂਦਾ। ਭੌਰੇ ਦੀ ਫੁੱਲ ਦੇ ਨਾਲ ਵਿਚਾਰਾ ਉਹਦੇ ਵਿੱਚ ਆਪਣਾ ਨੱਕ ਖੁਬਾਈ ਰੱਖਦਾ ਸਾਰਾ ਦਿਨ ਸੁਗੰਧੀ ਲੈਣ ਖਾਤਰ, ਅਤੇ ਸ਼ਾਮ ਨੂੰ ਜਿਹੜਾ ਫੁੱਲ ਹੈ ਉਹਦੀ ਸਾਰ ਨਹੀਂ ਜਾਣਦਾ, ਸਿਮਟ ਜਾਂਦਾ ਅਤੇ ਭੌਰਾ ਵਿੱਚੇ ਮਰ ਜਾਂਦਾ। ਕਹਿੰਦੇ ਇਸੇ ਤਰ੍ਹਾਂ ਹੋਰ ਬੜੀਆਂ ਪ੍ਰੀਤ ਦੀਆਂ ਉਦਾਹਰਣਾਂ ਹਨ, ਚੱਕੋ ਹੋਰ ਬੜੀਆਂ ਹਨ। ਕਹਿੰਦੇ ਉਹਦੇ ਵਿੱਚ ਇੱਕ ਤਰਫਾ ਪ੍ਰੀਤ ਹੈ, ਪਰ ਜਿਹੜੀ ਮਾਲਕ ਦੇ ਦਰ 'ਤੇ ਚੱਲਣ ਵਾਲੀ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਆਖਦੇ ਹਨ ਅਸਨ ਬਸਨ ਆਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਜਾਂ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਪੀਰ ਮੁਰੀਦ ਦਾ ਪਿਰਹੜੀ ਉਹ ਨਿਭ ਹੈ ਨਾਲੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿੱਚਰ ਝੱਤ ਲੰਗਾਈ ਹੈ। ਜਿਹੜੀ ਪ੍ਰੀਤ ਹੈ ਇਹ ਸਾਬਤ ਰਹਿੰਦੀ ਹੈ। ਬਾਣੀ 'ਚ ਵਾਕ ਆਉਂਦੇ ਨਾ ਓੜਕ ਨਿਭਹੀ ਪ੍ਰੀਤ। ਅਤੇ ਜਿਹੜੀ ਆ ਦੁਨਿਆਵੀ ਕਿਸਮ ਦੀ ਹੁੰਦੀ ਹੈ, ਜਿਹਦੇ ਵਿੱਚ ਲੋਭ ਗਰਜਾਂ ਸ਼ਾਮਲ ਹੁੰਦੀਆਂ ਨੇ, ਇਹ ਬੰਦੇ ਦੇ ਕੁਝ ਦਿਨ ਮਾੜੇ ਬਣ ਜਾਣ ਤਾਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ, ਜੀਵਨ ਦੇ ਵਿੱਚ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ। ਕੁਦਰਤੀ ਤਾਂ ਹਾਲਤ ਇੰਨੀ ਜ਼ਿਆਦਾ ਹੈ, ਤਾਂ ਪਿਛਲੇ ਸਮੇਂ 'ਚ ਬੜੀਆਂ ਐਸੀਆਂ ਘਟਨਾਵਾਂ ਦੇਖ ਲਈਆਂ ਨੇ, ਕੋਈ ਗੁੰਜਾਇਸ਼ ਰਹਿ ਨਹੀਂ ਗਈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿੱਚਰ ਚੱਤ ਲੰਗਾਈਐ ਛੱਪਰ ਟੁੱਟੈ ਮੇਹੋ। ਗੁਰਦੁਆਰ ਆਉਣਾ, ਗੁਰੂ ਸਾਹਿਬ ਨੂੰ ਨਤਮਸਤਕ ਹੋਣਾ, ਬਾਣੀ ਪੜ੍ਹਨੀ, ਕੀਰਤਨ ਸਰਵਣ ਕਰਨਾ, ਕਥਾ ਨਾਲ ਜੁੜਨਾ, ਇਹ ਬੜੇ ਉੱਤਮ ਕਰਮ ਨੇ। ਪਰ ਜੇ ਸਾਰੇ ਕਰਮਾਂ ਦੇ ਧੁਰ ਅੰਦਰ ਕੋਈ ਕਾਮਨਾ ਪਈ ਹੋਈ ਅਤੇ ਇਹ ਸਾਰੇ ਕਰਮ ਜਿਹੜੇ ਹਨ ਇੱਕ ਸੀਮਤ ਅਰਥਾਂ ਵਾਲੇ ਬਣ ਜਾਣਗੇ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ 2 ਸਲੋਕਾਂ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਜੀਵਨ ਦਾ ਅਸਲ ਮੂਲ ਖਾਕ ਹੈ ਅਤੇ ਕਦੇ ਜੀਵਨ ਦੇ ਵਿੱਚ ਗੁਮਾਨ ਨਹੀਂ ਕਰਨਾ ਚਾਹੀਦਾ। ਬਾਬਾ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਆਜ ਕਾਲ ਪੋਏ ਲੇਟਣਾ ਉੱਪਰ ਜਾਮੈ ਕਾ। ਜਿਹਦੇ ਤੋਂ ਅੱਜ ਇੰਨੀ ਘ੍ਰਿਣਾ ਕਰਦਾ ਕੱਲ੍ਹ ਨੂੰ ਇੰਨੇ ਤੈਨੂੰ ਸਾਂਭਣਾ ਹੈ। ਇਸ ਕਰਕੇ ਜੀਵਨ ਦੇ ਵਿੱਚ ਜੇ ਗੁਰੂ ਦੀ ਪ੍ਰੀਤ ਦੇ ਮਾਰਗ 'ਤੇ ਚੱਲਣਾ ਹੈ ਤਾਂ ਪੂਰਾ ਸਮਰਪਣ। ਬਾਣੀ 'ਚ ਵਾਕ ਹੁੰਦੇ ਨੇ ਆਸਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ। ਕਿ ਜਿਹੜਾ ਆਸਾ ਉਪੇਖਸ਼ਾਵਾਂ ਉਮੀਦਾਂ ਤੋਂ ਬਾਹਰ ਹੋ ਕੇ ਜਿਵੇਂ ਦਾ ਮਾਲਕ ਨੇ ਜੀਵਨ ਦਿੱਤਾ ਉਹਦੇ ਨਾਲ ਇੱਕ ਸੁਰ ਹੋਣਾ ਚੱਲ ਗਿਆ, ਉਹ ਠੀਕ ਪ੍ਰੀਤਵਾਨ ਹੈ। ਬਾਬਾ ਫਰੀਦ ਸਾਹਿਬ ਦੀ ਕਿਰਪਾ ਕਰਨ, ਸਤਿਗੁਰੂ ਦੀ ਮਿਹਰ ਹੋਵੇ। ਪਾਵਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।